ਕਰਦੇ ਹਾਂ। ਸਭ ਤੋਂ ਪਹਿਲੇ ਜਿੰਨੇ ਵੀ ਸਾਡੇ ਕੋਲ ਅੱਜ ਪਾਰਟਿਸਿਪੈਂਟਸ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸੈਸ਼ਨ ਜੁਆਇਨ ਕਰਨ ਵਾਸਤੇ। ਤੇ ਇਹ ਸੈਸ਼ਨ ਰੱਖਣ ਦਾ ਜੋ ਮੋਟਿਵ ਹੈ ਉਹ ਇਹ ਹੈ ਕਿ ਜੋ ਅੱਜ ਟਾਈਮ ਚੱਲ ਰਿਹਾ ਹੈ, ਜੋ ਅਸੀਂ ਮਈ ਮਹੀਨੇ 'ਚ ਹਾਂ ਇਸ ਟਾਈਮ, ਇਹ ਉਹ ਟਾਈਮ ਹੁੰਦਾ ਹੈ ਜਨਰਲੀ ਜਦੋਂ ਬੱਚੇ ਇੱਕ ਟ੍ਰਾਂਜੀਸ਼ਨ ਕਰਦੇ ਨੇ 12th ਸਟੈਂਡਰਡ ਤੋਂ ਇੱਕ ਸਕੂਲ ਲਾਈਫ ਤੋਂ ਨਿਕਲ ਕੇ ਕਾਲਜ ਲਾਈਫ ਵਿੱਚ ਜਾਂਦੇ ਨੇ ਔਰ ਉਹ ਇੱਕ ਪ੍ਰੋਫੈਸ਼ਨਲ ਵਰਲਡ ਵਿੱਚ ਕਦਮ ਰੱਖਦੇ ਨੇ ਔਰ ਪ੍ਰੋਫੈਸ਼ਨਲ ਲਾਈਫ ਜਿਹੜੀ ਉਹਨਾਂ ਦੀ ਸਟਾਰਟ ਹੁੰਦੀ ਹੈ। ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਨੇ ਬੱਚਿਆਂ ਦੇ ਦਿਲ ਵਿੱਚ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ ਕਿਉਂਕਿ ਬਹੁਤ ਸਾਰੀ ਅਨਸਰਟੇਨਟੀਜ਼ ਹੁੰਦੀਆਂ ਨੇ, ਬਹੁਤ ਐਂਜ਼ਾਈਟੀ ਵੀ ਹੁੰਦੀ ਹੈ ਕੁਝ ਬੱਚਿਆਂ ਨੂੰ ਔਰ ਇਕੁਅਲੀ ਐਂਜ਼ਾਈਟੀ ਲੈਵਲ ਪੇਰੈਂਟਸ ਦਾ ਵੀ ਹਾਈ ਹੁੰਦਾ ਹੈ। ਪੇਰੈਂਟਸ ਨੂੰ ਵੀ ਹੁੰਦਾ ਹੈ ਕਿ ਨਹੀਂ ਬੱਚੇ ਨੂੰ ਸਾਇੰਸ ਹੀ ਲੈਣੀ ਚਾਹੀਦੀ ਹੈ ਜਾਂ ਬੱਚੇ ਨੂੰ ਇਹੀ ਫੀਲਡ ਲੈਣੀ ਚਾਹੀਦੀ ਹੈ ਜਾਂ ਬੱਚਾ ਇਸ ਤਰ੍ਹਾਂ ਹੀ ਕਰੇ। ਇੱਕ ਡਿਫਾਈਨ ਕਰੀਅਰ ਪਾਥ ਵਿੱਚ ਪੇਰੈਂਟਸ ਵੀ ਰੱਖਣਾ ਚਾਹੁੰਦੇ ਨੇ ਜਾਂ ਕਈ ਵਾਰ ਪੇਰੈਂਟਸ ਨੂੰ ਵੀ ਨਹੀਂ ਪਤਾ ਹੁੰਦਾ ਕੀ ਕਰਨਾ ਹੈ। ਤੇ ਇਹ ਸਾਰੇ ਕੁਐਸਚਨਸ ਬੱਚਿਆਂ ਦੇ ਪੇਰੈਂਟਸ ਦੇ ਆਨਸਰ ਕਰਨ ਵਾਸਤੇ ਅਸੀਂ ਸੋਚਿਆ ਕਿ ਇੱਕ ਉਪਰਾਲਾ ਕਰਨਾ ਚਾਹੀਦਾ ਹੈ। ਇਸ ਕਰਕੇ ਅਸੀਂ ਅੱਜ ਦਾ ਇਹ ਸੈਸ਼ਨ ਨੂੰ ਲਿਖਿਆ। ਸੈਸ਼ਨ ਦੇ ਕੁਝ ਰੂਲ ਹੈਗੇ ਨੇ। ਰੂਲ ਨੰਬਰ 1 ਕਿ ਕਿਸੇ ਵੀ ਪਾਰਟਿਸਿਪੈਂਟ ਦੀ ਆਡੀਓ ਇਨੇਬਲ ਨਹੀਂ ਕੀਤੀ ਜਾਏਗੀ। ਜੇ ਤੁਹਾਨੂੰ ਕੋਈ ਵੀ ਸਵਾਲ ਹੈ ਤੁਸੀਂ ਚੈਟ ਬਾਕਸ ਵਿੱਚ ਆਪਣਾ ਸਵਾਲ ਟਾਈਪ ਕਰਕੇ ਪਾ ਸਕਦੇ ਹੋ। ਫੇਸਬੁੱਕ ਤੇ ਵੀ ਰੀਪ ਵਾਟ ਯੂ ਸੋ ਦੇ ਪੇਜ ਤੇ ਸੈਸ਼ਨ ਜੋ ਹੈ ਲਾਈਵ ਜਾ ਰਿਹਾ, ਤੁਸੀਂ ਉੱਥੇ ਵੀ ਆਪਣਾ ਕੁਐਸਚਨ ਪੋਸਟ ਕਰ ਸਕਦੇ ਹੋ। ਤੁਹਾਡਾ ਕੁਐਸਚਨ ਉੱਥੋਂ ਪੜ੍ਹ ਕੇ ਜਾਂ ਚੈਟ ਬਾਕਸ ਤੋਂ ਪੜ੍ਹ ਕੇ ਜੋ ਬੈਕਐਂਡ ਟੀਮ ਬੈਠੀ ਹੈ ਉਹ ਟੀਮ ਵੀਰ ਜੀ ਪਾਸ ਸਵਾਲ ਰੱਖੇਗੀ ਔਰ ਤੁਹਾਡੇ ਸਵਾਲ ਦਾ ਉੱਥੇ ਜਵਾਬ ਦਿੱਤਾ ਜਾਏਗਾ। ਹੁਣ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਡੇ ਕੋਲ ਬੜੇ ਸਾਰੇ ਸਵਾਲ ਹੁੰਦੇ ਨੇ ਤੇ ਉਹ ਸਵਾਲਾਂ ਦਾ ਜਵਾਬ ਅਸੀਂ ਅੱਜ ਇਸ ਸੈਸ਼ਨ ਤੋਂ ਲੱਭ ਰਹੇ ਹਾਂ। ਤੇ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਦੇਣ ਵਾਸਤੇ ਸਾਡੇ ਵਿੱਚ ਵੀਰ ਸਵਰਨਜੀਤ ਸਿੰਘ ਜੀ ਹੈਗੇ ਨੇ। ਵੀਰ ਜੀ ਮੈਂ ਬਹੁਤ-ਬਹੁਤ ਸਵਾਗਤ ਕਰਦਾ ਆਪ ਜੀ ਦਾ ਸਭ ਤੋਂ ਪਹਿਲਾਂ। ਤੇ ਇਸ ਤੋਂ ਪਹਿਲੇ ਕਿ ਵੀਰ ਜੀ ਤੁਹਾਡੇ ਨਾਲ ਆਪਣੀ ਗੱਲਬਾਤ ਦੀ ਸ਼ੁਰੂਆਤ ਕਰਨ, ਥੋੜਾ ਜਿਹਾ ਇੱਕ ਬਰੀਫ ਇੰਟਰੋਡਕਸ਼ਨ ਵੀਰ ਜੀ ਬਾਰੇ। ਵੀਰ ਜੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ 1978 ਵਿੱਚ ਕੰਪਲੀਟ ਕੀਤੀ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ। ਉਸ ਤੋਂ ਬਾਅਦ ਉਹਨਾਂ ਨੇ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ 1990 ਵਿੱਚ ਇਗਨੂ ਤੋਂ ਕੀਤਾ। ਉਸ ਤੋਂ ਬਾਅਦ ਕਈ ਅੱਛੀ ਕੰਪਨੀਆਂ ਵਿੱਚ ਵੀਰ ਜੀ ਰਹੇ, ਗਵਰਨਮੈਂਟ ਸੈਕਟਰ, ਪ੍ਰਾਈਵੇਟ ਸੈਕਟਰ, ਜਿਹਦੇ ਵਿੱਚ BHEL, ਭੇਲ, ਇੰਜੀਨੀਅਰਿੰਗ ਡਿਜ਼ਾਈਨ ਵਿੱਚ ਇੱਕ ਬਹੁਤ ਵੱਡੀ ਕੰਪਨੀ ਜਿਹਨੂੰ ਮੰਨਿਆ ਜਾਂਦਾ ਹੈ ਬੈਕਟਲ ਵਿੱਚ ਵੀਰ ਜੀ ਚੀਫ ਇੰਜੀਨੀਅਰ ਦੀ ਪੋਸਟ ਤੇ ਰਹੇ ਕਈ ਸਾਲ। ਉਸ ਤੋਂ ਬਾਅਦ ਵੀਰ ਜੀ ਕਾਰਪੋਰੇਟ ਟ੍ਰੇਨਰ ਦੀ ਤਰ੍ਹਾਂ ਵੀ ਆਪਣੀ ਸੇਵਾਵਾਂ ਦਿੰਦੇ ਰਹੇ ਨੇ। ਤੇ ਵੀਰ ਜੀ ਨੇ ਇੱਕ ਬਹੁਤ ਸੁੰਦਰ ਕਿਤਾਬ ਵੀ ਲਿਖੀ ਹੈ ਜਿਹਦਾ ਨਾਮ ਹੈ ਬੌਸ, ਜਿਹਦਾ ਵਿਸਤ੍ਰਿਤ ਰੂਪ ਬਣਦਾ ਹੈ ਬਿਲਡ ਓਨਰਸ਼ਿਪ ਟੂ ਸਕਸੀਡ ਐਂਡ ਸਸਟੇਨ। ਇਹ ਕਿਤਾਬ ਤੁਸੀਂ Amazon ਤੋਂ ਲੈ ਸਕਦੇ ਹੋ, ਆਨਲਾਈਨ ਪੋਰਟਲਸ ਤੋਂ ਆਰਡਰ ਕਰ ਸਕਦੇ ਹੋ। ਕਿੰਡਲ ਤੇ ਵੀ ਹੈ, ਕਿੰਡਲ ਵਰਜ਼ਨ ਵੀ ਇਸ ਕਿਤਾਬ ਦਾ ਅਵੇਲੇਬਲ ਹੈ। ਤੇ ਹੁਣ ਵੀਰ ਜੀ ਆਪ ਜੀ ਨਾਲ ਮੁਖਾਤਬ ਹੋਣਗੇ। ਵੀਰ ਜੀ ਆਪ ਜੀ ਦੇ ਜੋ ਵੀ ਸਵਾਲ ਨੇ ਆਪ ਜੀ ਚੈਟ ਬਾਕਸ ਵਿੱਚ ਪਾ ਸਕਦੇ ਹੋ, ਉਹ ਸਵਾਲਾਂ ਦੇ ਜਵਾਬ ਤੁਹਾਨੂੰ ਦਿੱਤੇ ਜਾਣਗੇ। ਓਵਰ ਟੂ ਯੂ ਵੀਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਹਿ ਦਿਲ ਤੋਂ ਸਾਰੇ ਪਾਰਟਿਸਪੈਂਟ ਦਾ ਸਵਾਗਤ ਕਰਦਾ। I sincerely welcome you all that you have spared your time to listen to this particular talk. As a matter of fact, career is a subject which we can discuss for several days. And now that we have almost 1 hour available with us, ਤੇ ਅਸੀਂ ਇਸ 1 ਘੰਟੇ ਜੋ ਵੀ ਜਸਟੀਫਾਈਡ ਹੈ ਉਹ ਕਰ ਸਕਦੇ ਹਾਂ, ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। There is a series of sessions. In fact, today we will be focusing more on science subjects, and tomorrow also we have a session on commerce, and on Monday we have a session on humanities. So एक मेरी छोटी सी request है that if you are not on your laptop, if you are using your mobile phone, then try to be on the landscape so that I am going to share a presentation with you. And once you are on the landscape mode, it will be easy for you to basically read certain contents which I will be sharing with you. You see, life जो है ना, life itself is a very mysterious thing. ਅਸੀਂ ਲਾਈਫ ਦੇ ਬਾਰੇ ਬਹੁਤ ਸੋਚਦੇ ਹਾਂ, ਅਸੀਂ ਲਾਈਫ ਦੇ ਬਾਰੇ ਕਈ ਵਾਰ ਡਿਸਕਸ਼ਨਸ ਕਰਦੇ ਹਾਂ। A lot of
questions come to our mind related to life where we try to find out answer. We also seek guidance from Guru Saiban related to the questions which we have in our mind. And basically, career is a major part of our life, which also defines the way we have lived this life on this earth. तो ਕੈਰੀਅਰ ਇੱਕ ਬਹੁਤ ਵੱਡਾ ਆਪਣਾ ਇੰਪੋਰਟੈਂਸ ਰੱਖਦਾ ਹੈ ਕਿ ਅਸੀਂ ਇਸ ਜ਼ਿੰਦਗੀ ਨੂੰ ਇਸ ਧਰਤੀ ਤੇ ਆਏ ਤੇ ਅਸੀਂ ਕਿਸ ਤਰ੍ਹਾਂ ਇਸ ਜ਼ਿੰਦਗੀ ਨੂੰ ਜੀਏ so today's session as such holds lot of importance. I understand there are young students of class 9th and 10th. Then we have students of plus two. I also believe कुछ college students ने भी join किया है, कुछ parents ने भी आज join किया है. So once again, welcome all of you. And first thing is that I am going to share a presentation because I really want to explain the things on whiteboard. But that kind of choice is not available, especially when time is a constraint. And so that is why now I am going to talk more through the presentation only. So just somebody can tell me if this presentation is clear. Are you able to see it? हाँ जी वीर जी. Okay. So our topic basically is career in science, and ਅਸੀਂ ਕੀ ਕਰਦੇ ਹਾਂ ਕਿ first few minutes say about 20 minutes or so we will talk about career fundamentals. You see, many of you have already selected science or you have a preference to select science as your career, or you still have some questions which can be answered. But in my opinion, it is more important that we first of all understand the career itself, because then comes the question that whether we take stream A, stream B or stream C or whatever. तो पहले ਸਾਨੂੰ बहुत ਜ਼ਰੂਰੀ है कि ਅਸੀਂ career ਨੂੰ ਹੀ ਸਮਝ ਲਈਏ. You see, Abraham Lincoln, as all of you know, in 18th century he was president of America. And what he said that the best way to predict the future is to create it. You see, we have lot of inquisitiveness कि मेरा future की होएगा. If I take this subject, will I succeed or will I not succeed? Will I be making any mistake in selecting a particular career? Will this career bring me a lot of money, fame, name, whatever we want to have sometime in life? To what extent that is important, I am not discussing. Will my life be a successful life, or in career, if I fail, then will it be a failure in life itself? So there are a whole lot of questions which basically cross our mind, and definitely we are looking for answers to many of these questions. So talking about the fundamentals, let us see what are the challenges in front of youth today. And this is a known fact. Challenges in front of youth, basically when we move from adolescence age to youth, that means when we are crossing the age of 12 years or so, and from 13 onwards, what we call as the teenage basically, there is a plethora of new learnings and exposure. Suddenly सारी दुनिया नवी खुलती है. अजय तक we were basically being guided by parents or some close relatives, but now we find that there are lot many avenues which are opening, and lot of new learning is there, lot of new exposure is there. This is also the age when there is a peer pressure, and this kind of peer pressure the students are facing today, it is unprecedented. Peer pressure was always there. Even when we were young, peer pressure was there. But the kind of peer pressure we see today, it's very different. And it's a very big subject in itself. I'm not going into those details. Probably parents also understand it, and students also understand it. On top of that, there is a parental pressure and parental expectations. एक बच्चे के लिए दिन रात ये सुनना, पढ़ो बैठो करो, ये क्यों नहीं कर रहे, वो क्यों नहीं कर रहे, फलाने बच्चे दे ज़्यादा मार्क्स आए हैं, he is doing better than you, he is definitely putting his hard labor and you are not doing it. All kinds of comparisons are there, expectations are there, and that is another pressure on the child. This is also the time when child is finding his gender, his or her gender identity.
that I belong to the boys and the girls, the kind of differences in the which crop up, the way they think about each other. तो एक gender identity ਦੀ problem ਵੀ ਨਾਲ ਹੀ start ਹੁੰਦੀ ਹੈ। ਉਸ ਦੇ ਨਾਲ ਹੀ children also have the faith identity. So far it was okay, but now they start questioning. Now they start challenging the parents. Now they want to know more about it. Why? Why should we do it? Why should we not do it? Why this is the best way? I mean, so many questions are there in the mind of the child. Idealism versus realism. ਅਸੀਂ ਜਿਹੜੀ ਦੁਨੀਆ ਬੱਚਿਆਂ ਨੂੰ ਦਿਖਾਉਂਦੇ ਹਾਂ ਇੱਕ ਆਈਡੀਅਲ ਹੈ, what they see in real life ਵਿੱਚ ਬਹੁਤ ਕੁਝ different ਹੈ। What we talk is very different from what we basically experience. So idealism versus realism ਨੂੰ ਲੈ ਕੇ ਬੜੇ conflicts ਚੱਲਦੇ हैं, mind ਵਿੱਚ ਚੱਲਦੇ हैं, family ਵਿੱਚ ਚੱਲਦੇ हैं। And finally there is emergence of lot many conflicting viewpoints. और ये सब जो है एक बच्चा डेली फेस कर रहा है। This child is undergoing a big transition in life, and this along with career we have to understand that इतने सारे pressures के बावजूद if a child is thinking that how I am going to basically define my career, define my life, and do certain things that finally I succeed, I think it's a very welcome sign. So all of you who are present here today uh, and probably trying to find out what is best for us in our life, this is a very, very positive and welcome sign. उस सारे ਦਾ ਰਿਜ਼ਲਟ ਕੀ ਹੈ ਜਿਹੜਾ ਬੱਚਾ ਹੁਣ ਇਤਨੇ ਸਾਰੇ ਪ੍ਰੈਸ਼ਰਸ ਤੋਂ ਜਾ ਰਿਹਾ ਹੈ? ਇੱਕ ਤੇ ਹੈ there is a fear of picking up shoddy habits. बच्चे कुछ जाने अनजाने गलत हैबिट्स पिक कर रहे हैं and they do not realize what is the impact of these habits on the overall life. They are still not matured enough to completely foresee how this shoddy habits is going to change the course of their life. Second is they have strained relationship with their peers as well as within the family. No, they have a hazy vision. They lack clarity. They have lacking clarity, and this is perceived by others. Child सोचता है मैनू अपनी लाइफ के बारे बहुत पता है, मैनू बड़ी क्लैरिटी है, मैनू कोई प्रॉब्लम नहीं है. Whereas others are able to see that child is not able to have a clear thought process related to many important aspects of career and life. ਹਾਲਾਂਕਿ ਬੱਚੇ ਨੂੰ ਅੱਜਕੱਲ ਕਈ ਬੜੇ ਕੌਨਫੀਡੈਂਟ ਹੁੰਦੇ ਆ, ਕਹਿੰਦੇ ਮੈਂ ਕਰ ਸਕਦਾ, I will do everything, and that's good also. Children have lost focus on studies. इतना सब कुछ है दुनिया ਵਿੱਚ ਉਹਨਾਂ ਕੋਲ ਕਿ ਉਹ ਸਟੱਡੀ ਤੋਂ ਅਗਰ ਟਾਈਮ ਅਟੈਂਸ਼ਨ ਡਾਇਵਰਟ ਕਰ ਲੈਣ so they are able to spend their time the way they wish to, and their focus actually goes away from the studies. And I need not expand these things. I think these facts are known to everyone. Now, along with that, there is alienation from faith. ਉਹ ਕਿਤੇ ਨਾ ਕਿਤੇ faith ਤੋਂ ਪਰਮਾਤਮਾ ਤੋਂ ਇੱਕ ਜੋ ਗੁਰੂ ਦਾ ਮਾਰਗ ਹੈ ਉਸ ਤੋਂ ਵੀ ਟੁੱਟਣੇ ਸ਼ੁਰੂ ਹੋ ਜਾਂਦੇ ਆ. Along with that, there are some children who have a rebellion attitude. ਤੁਸੀਂ ਉਹਨੂੰ ਕਹੋ ਇਹ ਕਰਨਾ ਹੈ ਤੇ ਉਹ ਵੀ ਕਰੇਗਾ. If you say do this like this and he will do the opposite. ਉਹਨਾਂ ਨੇ ਹਰ ਚੀਜ਼ ਨੂੰ ਚੈਲੰਜ ਕਰਨਾ. They want that we are right and you are wrong. Your generation doesn't know how the life is to be led. So this is our time now, and basically they show a rebellion attitude. On top of that, there is a lack of expectations from self. अंदरों किते वो भी घबराए हुए हैं. They know that कुछ साड़ियाँ साढ़े तो ही expectations नहीं है. We have not done enough to channelize our life, and this is a reality. So there is whole lot of things which are happening together. फिर उस सारे का result की है? There is a loss of best opportunity to build a career and a meaningful life. इस सब का जो combination है किते ना किते एक opportunity है ਜਿਹੜੀ ਹੱਥੋਂ day by day slip कर जाएगी, and they will not be able to build up a best career. I am not saying that some career they will not have, but something which they could have achieved by focusing on the right things and then leading a meaningful life ਕਿਤੇ ਉਹ ਹੱਥੋਂ ਦੀ ਨਿਕਲ ਸਕਦਾ ਹੈ. And this is where we are talking today, that we need to do something. Even before we talk whether science or commerce, it's more important that we talk whether we are really serious about our career or not. What image do we visualize for ourselves?
Do we have an image in our mind that, okay, so far what was happening, I am talking till the age of 12 years or 13 years. So far seed has grown into a sapling and life's basic needs are met. बड़े केयर ਦੇ ਨਾਲ ਬੱਚੇ ਨੂੰ ਆਹਿਸਤਾ ਆਹਿਸਤਾ ਚੱਲਣਾ ਸਿਖਾਇਆ, ਉਂਗਲੀ ਪਕੜ ਕੇ ਬੁੱਕਸ ਪਕੜਾਈਆਂ, ਪੜ੍ਹਨਾ ਸਿਖਾਇਆ, ਕੁਛ ਨਾ ਕੁਛ ਪੇਰੈਂਟਸ ਨੇ ਸਾਰੇ ਐਫਰਟ ਕੀਤੇ, ਸਕੂਲਿੰਗ ਸਟਾਰਟ ਕਰਵਾ ਦਿੱਤੀ. This sapling is visible today, and now life requires delicate handling and proper self nurturing. जो ਹੁਣ तक nurturing सी that was coming from parents, from this point onwards it has to be self nurturing. But whether this small plant is ready, if I put it, take it out of a small vase and put it in the ground, will it stand on its own if I don't put water into this? कि अपने आप जमीन तो पानी खींच सकता है? Is it ready now or will it actually start drying up? तो ਹੁਣ ਤੱਕ ਅਗਰ ਜੋ ਹੋ ਰਿਹਾ ਸੀ 12 ਸਾਲ 13 ਸਾਲ ਦੀ ਏਜ ਤੱਕ ਜੋ ਪੇਰੈਂਟਸ ਕੇਅਰ ਕਰ ਰਹੇ ਸੀ, will that continue to grow if we put it from vast to basically ground, or will it not happen? But then we have to have our self image and we have to ask a question to ourselves, what this sapling would be when it grows. Suppose today I am representing this sapling, मैं अपने आप ਨੂੰ एक sapling ਦੇ ਤੌਰ ਤੇ ਦੇਖ ਪਾ ਰਿਹਾ. So what this sapling will be one day, can I have visualize it? So if I can visualize it and then I have started working for it, then it is good. But if I am finding it difficult even to visualize कि the key shape होने वाली है आने वाले दिनों, then probably I need to do something seriously so that this sapling actually flourishes and becomes a full-fledged tree. So the visualization could be that it will be a small bush kind of thing, which doesn't have fruit, which doesn't have shadow. बस एक है जिस तरह ਅਸੀਂ ਵੀ ਦੇਖਦੇ ਹਾਂ रोड साइड ਤੇ bushes ਹੁੰਦੀਆਂ, ਉਹਦੀ ਕੋਈ ਖਾਸ ਕਦਰ ਹੁੰਦੀ ਵੀ ਨਹੀਂ. Or do I see myself as a little bigger plant who has some shadow on the sides? थोड़े fruit भी हैं, some are ripe, some are good fruits, some are not so good fruits. But again, this is the second image which I can have about myself. That when I grow, I will be something like this. Or otherwise, I may say that I may actually want to grow like a tree which has a lot of shadow and lot of trees for this world. Oh, sorry, lot of fruits for this world. So this is for us to visualize कि मैं की होने जा रहा हूँ. Because right now I am growing, and अगर एक growth 5 साल 7 साल 8 साल ध्यान नहीं देता, then suddenly it will not grow into a big tree which bears lot of fruits and lot of shadow. It will not happen in last 10 years. If it has to happen, the care has to be given right now. This is the time when we take control of it, we nurture it, we have right kind of water given to this plant, we have right kind of manure given to this plant. That means all the inputs which go into my brain and all that what I am learning, it should be such that finally there are a lot of fruits on this tree. So we actually need to carry a image about ourselves that when we grow, where what we shall be. ਹੁਣ ਗੁਰਬਾਣੀ ਦੀ ਦੇਖਦੇ ਹਾਂ ਵਿਜ਼ਡਮ ਕੀ ਕਹਿੰਦੀ ਹੈ ਸਾਨੂੰ. गुरु साहब फरमाते ने 12 बरस बालपन बीते 20 बरस कछ तप न कियो 30 बरस कछ देव न पूजा फिर पछताना बिरद पयो. अगर ਇਹਨੂੰ ਅਸੀਂ ਥੋੜਾ ਜਿਹਾ ਐਕਸਪੈਂਡ ਕਰਕੇ ਸਮਝੀਏ ਤੇ ਜੋ 12 ਬਰਸ ਬਾਲਪਨ ਹੈ ਉਹਦੀ ਅਸੀਂ ਹੁਣੇ ਗੱਲ ਕੀਤੀ ਹੈ, ਸੈਪਲਿੰਗ ਦਿਸ ਵਾਸ ਬੀਇੰਗ ਨਰਚਰਡ ਬਾय पेरेंट्स. एंड उस टाइम बचपन है, अजय लाइफ समझ नहीं आ रही है जो भी सिचुएशन है. बट नेक्स्ट 20 ईयर सानू तप करना सी. दैट मीन्स ये तप इंक्लूड करता है दैट आई एम प्रिपेयरिंग माई सेल्फ, आई एम पुटिंग माई बेस्ट एफर्ट, आई एम पुटिंग माई हार्ड लेबर इन टू माई लाइफ, आई एम लर्निंग एज मच एज आई कैन, I am preparing myself through basically doing all kinds of sacrifices, the things which are attracting me today. I say, okay, I sacrifice it. मैं तप करन ਨੂੰ ਤਿਆਰ ਹਾਂ अगले 20 साल, दैट मीन्स 12 साल ਤੋਂ ਲੈ ਕੇ 32 ਸਾਲ ਤੱਕ मैं फास्ट लर्निंग प्रोसेस विच हाँ, सो दैट माई कैरियर इज नाउ ऑन द ट्रैक. 30 बरस कछ देव न पूजा, अगले 30 साल 35-40 साल आई हैव टू रिटर्न इट. देव न पूजा मतलब ਹੁਣ ਮੈਨੂੰ ਉਹ ਸੇਵਾ ਕਰਨੀ ਹੈ ਜੋ ਗੁਰੂ ਨੇ ਦੱਸੀ ਹੈ. ਹੁਣ ਮੈਨੂੰ ਵਾਪਸ ਕੰਟਰੀਬਿਊਟ ਕਰਨਾ ਹੈ ਟੂ ਦਿਸ सोसाइटी एंड द वर्ल्ड. दिस इज हाउ माई लाइफ शुड बी. अगर ये सब नहीं होया then फिर पछताना बिरद होयो.
ਤੇ ਇੱਕ ਸਾਡੀ ਅਵਸਥਾ ਹੈ। ਤੇ ਇਹ ਬੇਸਿਕਲੀ ਸਾਡਾ ਜੋ ਮਾਰਗ ਦੱਸਿਆ, ਉਸ ਮਾਰਗ ਵਿੱਚ ਬਹੁਤ ਵੱਡਾ ਸੇਵਾ ਦਾ ਸਾਨੂੰ, ਅਸੀਂ ਸਭ ਜਾਣਦੇ ਹਾਂ ਸੇਵਾ ਦੇ ਲਈ ਸਾਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਗਿਆ ਹੈ। ਤੋ ਜੋ ਅਗਲੇ 30 ਸਾਲ ਹੈ ਸਾਨੂੰ ਉਹ ਸੇਵਾ ਵੀ ਕਰਨੀ ਹੈ ਜਿਹੜੀ ਕਿ ਅਸੀਂ ਪਹਿਲੇ 20 ਸਾਲ ਮਿਹਨਤ ਕਰਕੇ ਕਮਾਈ ਹੈ। ਹੁਣ ਟਾਈਮ ਆਇਆ, ਵੈਦਰ ਮੋਨੀਟਰਲੀ, ਫਿਜ਼ੀਕਲੀ ਔਰ ਇਨ ਐਨੀ ਅਦਰ ਫਾਰਮ, ਵੀ ਆਰ ਗਿਵਿੰਗ ਇਟ ਬੈਕ ਟੂ ਦ ਸੋਸਾਇਟੀ। तो ਅਸੀਂ ਸੇਧ ਲੈ ਕੇ ਚੱਲਣਾ, ਜਿੱਥੇ ਗੁਰੂ ਸਾਹਿਬ ਵੀ ਸਮਝ ਰਹੇ हैं कि ਜ਼ਿੰਦਗੀ ਹੱਥੋਂ ਜਾਣ ਦੇਰ ਨਹੀਂ ਲੱਗਦੀ, and then we may repent towards the end of the life। तो strength of an individual, आखिर इंडिविजुअल की स्ट्रेंथ है कितने है, ਸਾਨੂੰ ਇਹ ਵੀ क्वेश्चन करना पड़ेगा। if I am going to be something, a big tree, where does my actual strength lies? My actual strength lies basically in the roots। that means ਅਸੀਂ ਆਪਣੀਆਂ roots ਨੂੰ strong ਕਰਨਾ ਹੈ। A tree's real strength lies in the roots, which are actually invisible। कोई साडे ब्रेन ਦੇ ਵਿਚਕਾਰ ਜੋ ਸਾਡਾ ਲਰਨਿੰਗ ਹੈ ਉਹ ਕਿਸੇ ਨੂੰ ਉਸ ਤਰ੍ਹਾਂ ਤੇ ਦਿਖਾਈ ਨਹੀਂ ਦੇ ਰਿਹਾ, but we carry lot of gems in our mind, lot of gems through our learning process, through doing certain things basically which keep us on the track where we can say our vision about life is clear। ਹੁਣ ਜੋ ਹੈ कि similarly जो बंदा ना, person's roots are actually in her values and virtues। So this is the time when we have to imbibe values and we have to develop the certain virtues in our life। So we will have a short discussion about values and virtues, and then we will switch to the topic। So do we understand what is the value system to achieve anything worthwhile in life? तो अगर ਅਸੀਂ ਤੇ ਗੁਰਬਾਣੀ ਦਾ ਸਹਾਰਾ ਲਈਏ ਤੇ ਜੋ ਹਾਈਐਸਟ ਹਿਊਮਨ ਵੈਲਿਊ ਹੈ, that is selflessness, that is सेवा करत होए नाकामी तिसको होत प्राप्त स्वामी। और ਉਹਦੇ ਲਈ ਸਾਨੂੰ ਕਿਹੜੀਆਂ ਵੈਲਿਊਜ਼ ਚਾਹੀਦੀਆਂ ਜ਼ਿੰਦਗੀ? ਸੇਫਟੀ, the life itself we have to save it, love also for the nature, compassion, integrity, honesty, truthfulness, equality, justice, empathy, respect, humility। तो ਸਾਨੂੰ ਨੋਟ ਕਰਨ ਦੀ ਜ਼ਰੂਰਤ ਨਹੀਂ। I will pass on this presentation and I will request my brothers to basically share it with all of you। ਤੁਸੀਂ ਇਸ ਟਾਈਮ ਸਿਰਫ ਇਹ ਧਿਆਨ ਦਿਓ ਕਿ ਮੈਸੇਜ ਕੀ ਆ ਰਿਹਾ, what is the message, and basically these values are imbibed। ਇਹਨਾਂ ਵੈਲਿਊਜ਼ ਨੂੰ imbibe ਕਰਨ ਲਈ ਸਾਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ। it's only a mindset that we expect or from ourselves ਕਿ ਮੈਂ ਇਹਨਾਂ ਵੈਲਿਊਜ਼ ਨੂੰ ਲਾਈਫ ਦੇ ਵਿਚਕਾਰ ਜਿੱਥੇ ਵੀ ਹੋਏਗੀ ਜ਼ਰੂਰਤ, ਇਹਨਾਂ ਵੈਲਿਊਜ਼ ਨੂੰ ਯੂਜ਼ ਕਰਕੇ ਅੱਗੇ ਜ਼ਿੰਦਗੀ ਚੱਲਾਂਗੇ। ਔਰ ਜੋ ਸਾਨੂੰ ਆਪਣੇ ਆਪ 'ਚ ਡਿਵੈਲਪ ਕਰਨੀਆਂ ਪੈਂਦੀਆਂ ਚੀਜ਼ਾਂ, ਉਹ ਹੈ ਟਰਸਟਵਰਦੀਨੈਸ ਆਫ ਅਦਰਸ, ਵਿਚ ਇਜ਼ ਦਾ ਹਾਈਐਸਟ ਹਿਊਮਨ ਟ੍ਰੇਟ, ਤਾਂ ਕਿ ਲੋਕ ਮੇਰੇ ਤੇ ਵਿਸ਼ਵਾਸ ਕਰ ਸਕਣ। ਉਹਦੇ ਲਈ ਸਾਨੂੰ ਕੀ ਚਾਹੀਦਾ? ਵੀ ਨੀਡ ਟੂ ਬੀ ਕਰੇਜੀਅਸ, ਵੀ ਨੀਡ ਟੂ ਹੈਵ ਕਰੈਕਟਰ, ਵੀ ਨੀਡ ਟੂ ਬੀ ਸਿੰਸੀਅਰ, परसेवरेंस, डिसिप्लिन। ये सब चीज़ें सानू मेहनत करनी पैंदी है। जो वैल्यूज है वो तो सिर्फ एक्सेप्ट करनिया पैंदियां मेंटली, बट इन्हां सब चीज़ों लिए बहुत मेहनत चाहिए। डिसिप्लिन ਲਈ, हाइजीन ਲਈ, क्लीनलीनेस ਲਈ, क्रिएटिविटी ਲਈ, इंटैलीजेंस ਲਈ, इस सब चीज़ों के लिए सानू अगे आना पैंदा है। ਉਹਦੇ ਲਈ ਸਾਨੂੰ ਸਟੱਡੀ ਕਰਨਾ ਪੈਂਦਾ ਹੈ, ਉਹਦੇ ਨਾਲ ਡਿਸਕਸ ਕਰਨਾ ਪੈਂਦਾ ਹੈ, ਉਹਨੂੰ ਲਾਈਫ ਦੇ ਵਿਚਕਾਰ ਟੈਸਟ ਕਰਨਾ ਪੈਂਦਾ ਹੈ, ਐਕਸਪੈਰੀਮੈਂਟ ਕਰਨਾ ਪੈਂਦਾ ਹੈ। So all these things have to be imbibed। This is the right age। The moment you enter into the teenage after 12, 12 बरस बालपन कीते, हुण जदों teenage च enter करदे हो, make sure that we are working on these virtues to develop them over a period of time। Otherwise जो अज असीं कैरियर की गल करन जा रहे हैं, it has got no meaning। किते ना किते कोई ना कोई पढ़ाई करके कोई ना कोई जॉब मिल जाएगी, that's not an issue। वो फिर जो परमात्मा ने है ना, वो सब का रोजी का अरेंजमेंट करके भेजा, वो हो जाएगा। बट दैट्स नॉट वट वी वांट। वट वी वांट इज दैट वी हैव टू यील्ड बेस्ट आउट ऑफ द लाइफ। ਉਹਦੇ ਲਈ ਸਾਨੂੰ अगर प्रिपेयर करना है कि ਅਸੀਂ सिर्फ कैरियर की गल नहीं कर रहे, ਅਸੀਂ गल कर रहे हैं बेसिकली कि ये सब नाल दे नाल चलेगा। अगर ये नाल चल रहा है तो कैरियर का मीनिंग है, अदरवाइज कैरियर हैज गॉट नो मीनिंग एट ऑल। ਹੁਣ ਅਸੀਂ ਕੈਰੀਅਰ ਟਾਈਮਲਾਈਨ ਤੇ ਆ ਜਾਂਦੇ ਹਾਂ। ਹੁਣ ਤੱਕ ਅਸੀਂ ਬੜੀਆਂ ਜਨਰਲ ਗੱਲਾਂ ਡਿਸਕਸ ਕਰ ਰਹੇ ਸੀ। ਵਟ ਇਜ਼ ਦ ਕੈਰੀਅਰ ਟਾਈਮਲਾਈਨ ਐਂਡ ਕੈਰੀਅਰ ਡੈਫੀਨੇਸ਼ਨ। ਕੁਝ ਚੀਜ਼ਾਂ ਨੇ ਜੋ ਸਾਨੂੰ ਐਜ਼ ਏ ਬੇਸਿਕ ਲੈਵਲ ਤੇ ਪਤਾ ਹੋਣ ਤੇ ਹੈਲਪ ਮਿਲੇਗੀ। ਵਨ ਇਜ਼ ਦ ਪ੍ਰੀ ਕੈਰੀਅਰ ਫੇਜ਼। ਦੈਟ ਮੀਨਸ ਜੋ ਸਟੱਡੀਜ਼ ਹੁਣ ਤੱਕ ਦੀ ਸਾਡੀ ਸੀ ਜਾਂ ਜੋ ਗਰੋਥ ਸੀ, ਜੋ ਵੀ ਸੈਪਲਿੰਗ ਅੱਜ ਸਾਹਮਣੇ ਆ ਰਹੀ ਹੈ, ਦੈਟ ਇਜ਼ ਦ ਪ੍ਰੀ ਕੈਰੀਅਰ ਫੇਜ਼। जो हुण तक का 12 ईयर तक का कह सकते हो, ये जो भी है।
Then career planning and preparation phase. So this is where we enter when we should start actually talking about career. इस तो बाद है career progression phase. ये actual career है. When we are implementing it for 30-40 years of the life, this is the actual career progression phase. And this is the मैं एक छोटी सी एग्जांपल में दस सकता मान लो कोई डॉक्टर है जो गवर्नमेंट हॉस्पिटल से रिटायर हो रहे नो हिज पोस्ट कैरियर फेज स्टार्ट्स he basically wrote a career for himself so that he can work throughout the life वो डॉक्टर है तो ठीक है ਹੁਣ गवर्नमेंट ਦਾ कैरियर फेज खत्म हो गया ਜਿਹੜਾ चीफ मेडिकल ऑफिसर वगैरह रिटायर होने से हो गए बट नाउ आई एम वर्क practicing privately. So there is a post career phase also, which is sometimes important to consider now. If I want to continue my profession throughout my life, what kind of professions I should be selecting? ਹੁਣ ਅਸੀਂ ਕੁਝ ਡੈਫੀਨੇਸ਼ਨ ਦੀ ਗੱਲ ਕਰਦੇ ਹਾਂ ਇੱਕ ਹੁੰਦੇ ਨੇ occupational fields, a business line or vast activity providing variety of career opportunities. For example, aviation or medical. Aviation doesn't mean ਬੰਦਾ ਪਾਇਲਟ ਹੀ ਹੈ एविएशन ਦੇ ਵਿਚਕਾਰ ਉਹ ਕੰਟਰੋਲ ਕਰ ਰਿਹਾ ਹੈ ਪਲੇਨਸ ਨੂੰ ਫਰਮ ਦਾ ਟਾਵਰ ਉਹ ਵੀ ਐਵੀਏਸ਼ਨ ਹੈ एविएशन ਦੇ ਵਿਚਕਾਰ ਉਹ ਬੁਕਿੰਗਸ ਵਗੈਰਾ ਹੋ ਰਹੀਆਂ ਉਹ ਵੀ एविएशन ਦਾ ਫੀਲਡ ਹੈ ਉਹ ਬਹੁਤ ਸਾਰੇ ਨੇ ਮਤਲਬ देयर आर n number of professions within aviation, so aviation then becomes occupational field. Similarly, medical doesn't mean doctor alone. इतनी सारी फार्मा इंडस्ट्री चल रही है वो भी मेडिकल ही है. So one is the occupational field. Who are entrepreneur? And entrepreneur is a person who sets up a business taking on financial risks in hope of profit. ਹੁਣ जो entrepreneurship है, basically this is what we really promote. This is what we say that everybody should see. Do I have a potential to become entrepreneur? Because entrepreneurs are those who actually bring jobs for others, not that they are seeking jobs. वो तो दूसरे लिए job opportunities create कर रहे हैं. So basically the best profession as such is being entrepreneur. तो जो भी अपना बिजनेस चला रहा है या बिजनेस चलते हुए बिजनेस ਨੂੰ ਅੱਗੇ ਲੈ ਕੇ ਆਣਾ ਚਾਹੁੰਦਾ ਹੈ is an entrepreneur. Job is a paid position of an employment, a task in hand. ਤੇ job ਜਿਹੜਾ ਇਸ ਸਮੇਂ ਛੋਟਾ ਕੰਮ ਹੈ. Job in the sense आज मैंने कुछ काम मिला मैं पकड़ लिया कोई आई मीन एग्जांपल्स ऑफ कोर्स मे नॉट बी रेलेवेंट टू यू बंदा कहता जी मैं आज वेजिटेबल्स बेच रहा ठीक है कल बंद करके सर्दियां आन गया मैं वुडलैंड्स बेच लांगा तो जॉब्स ने अपने तरह की जिथे उन्होंने दुकान च लगा लो जॉब कर लेंदा काइंड ऑफ थिंग बट ऑफ कोर्स इन कॉर्पोरेट वर्ल्ड आल्सो देयर आर लॉट ऑफ जॉब्स देन व्हाट इज प्रोफेशन a paid occupation that involves long training and formal qualification. ये हुन different समझना पड़ेगा. There are general qualifications and there are professional qualifications. When we select a professional qualification, then we are more or less certain that we want to work for a particular profession. Like engineering is a profession, medical is a profession, law is a profession, business management is a profession now. So basically, person decides that I am going to work in a particular profession. And finally, term career, an occupation undertaken for a significant period of life and with opportunities to progress. That means मैं अपने ही profession के अंदर जरूर progress करता चला जा रहा हूँ. मैं higher and higher, I attain higher, better results. I learn more new things, and finally, I achieve a position in a career, then I say that professionally I am moving ahead in a career. So career is basically very general term which goes on for several years, and basically in the profession we are trying to do better and achieve better. Now coming to career planning and preparation phase, ये बहुत ज़्यादा ज़रूरी है that we understand the importance of this phase in life. And fortunately, all of you are here, so I will say that you all understand the importance of this phase. Then improve your thought clarity. Take help where needed. ਤੁਸੀਂ ਅੱਜ ਅਸੀਂ discussion ਕਰਾਂਗੇ, but as we move further, suppose you want to know that अगर कोई बंदा इस particular profession से जा रहा है तो what exactly they do.
In that case, we need to come out of our houses and go and talk to the people who are in that profession and discuss with them and find out कि ये exactly कर की रहे हैं. Then it will be easy for you to take a decision whether this profession in the long run is going to work for me or it is not going to work for me. So जो पूरी की पूरी clarity चाहिए. This clarity we cannot bring in 1 hour session because there are thousands and thousands of professions. We are only giving you an overall broad guidelines that what will really help you in picking up a profession. ਅਜੇ ਤੇ ਤੁਸੀਂ ਸਟਰੀਮ ਸਿਲੈਕਟ ਕਰ ਰਹੇ ਹੋ ਕਿ ਵੈਦਰ ਸਾਇੰਸ ਕਾਮਰਸ ਜਾਂ ਲੈਣਾ ਹੈ ਬਟ ਕਾਮਰਸ ਵੀ ਜੋ ਲੋਕਾਂ ਨੇ ਲਈ ਹੈ ਜੋ ਕਾਮਰਸ ਦੇ ਫੀਲਡ ਵਿੱਚ ਹੈ it's necessary that you talk to these people, have better understanding of what they are doing in life, what are opportunities, बहुत ज़्यादा expand करो because we will be talking at a very generic level whereas you are required to know exactly whether this is a field of interest for you or not. So be mentally strong to let go some habits and develop new habits. This is the time ਸਾਨੂੰ ਕੁਛ ਨਾ ਕੁਛ habits ਛੋੜਨੀਆਂ ਪੈਣਗੀਆਂ जो कुछ habits हैं ਸਾਨੂੰ deliberately कहना पड़ेगा this habit is not helping me and I need to develop some new habits like going out, meeting people, understanding what they are doing, going to internet, learning more and more about certain fields. से ਸਾਨੂੰ ਨਵੀਆਂ habits develop करनियां पैणगीਆਂ. Realize the role of friends and family in your development. So, as your family or friend, they also play a key role because lot of interaction takes place only with friends and family members only. So, ये interaction ਦਾ ਸਾਡੇ ਤੇ influence है. तो ਉਹਨਾਂ ਦਾ ਜੋ positive role ਹੈ ਉਹਦੀ ਵੀ ਸਾਨੂੰ value ਦੇਣੀ ਪਏਗੀ. Now, what are the rules of the game? Basically, live with your legitimate dreams, live for a cause. ਤੁਸੀਂ ਜ਼ਰੂਰ सोचो कि मैं अगे चल के प्रोफेशनली यू आर नॉट सेइंग यू आर लुकिंग फॉर ए पोजीशन कि मैंने अगे चल के जनरल मैनेजर बनना है या डायरेक्टर बनना है यू ओनली हैव टू ड्रीम दैट वन डे आई विल बी बेसिकली नोन फॉर सर्टेन थिंग्स विच आई विल बी डूइंग फॉर सोसाइटी एंड आई हैव टू ब्रिंग माई सेल्फ टू दैट लेवल इन दिस प्रोफेशन दैट्स एनफ ये ड्रीम इस तरह का ड्रीम नहीं है कि मैंने प्राइम मिनिस्टर या एक पर्टिकुलर पोजीशन ही चाहिए सो लिव विद योर लेजिटिमेट ड्रीम्स. No, nobody will walk with you. Others can show the direction only. So forget that ਹੁਣ कोई उंगली पकड़ के चलाएगा. More and more, अगर ਤੁਹਾਡਾ mindset नहीं है, if you are not serious about it, things are not going to happen. So basically, others can say, okay, this is the direction. ਤੁਸੀਂ किसी ਨੂੰ ਸਮਝਣਗੇ ਉਹ ਦੱਸ ਦੇਗਾ. But ਤੁਹਾਡੇ ਨਾਲ उंगली पकड़ के कोई नहीं चलेगा. You cannot go too far if you are dealing with self-created distractions. This is the biggest problem when we talk to youngsters today. There are too many distractions, especially from their friends group. They are spending a lot of time in useless things and the things where they not actually be spending any time. So these distractions are going to ruin the career. You just cannot think of building up a good career if you have self-created distractions. Accept that some failures will be part of the process. ਤੁਸੀਂ ਜਦੋਂ ਵੀ ਕੁਝ attempt ਕਰਦੇ ਹੋ unless you fail you will not learn the nuances of that particular activity. So sometimes we succeed, sometimes we learn. We don't call it failure. Sometimes we are succeeding, sometimes we are learning, and when we learn we don't do the same mistake again, and these mistakes are important for us for the real learning. Be in the habit of asking. So these are the rules of the game or something which you need to do immediately. Be in the habit of asking questions. Keep exploring till you find a satisfactory answer. रुकना नहीं है. क्वेश्चन पूछो, होर पूछो, जितना पूछो, जिदे कोल जा सकते हो बैठो, को मैनू टाइम चाहिए ਤੁਹਾਡਾ, request it. Go to the learned people, go to the people who have professionally excelled. Sit with them, talk to them, find out what they have done in life. Try to understand and try to learn certain virtues from them. It is not necessary to follow a guided career path, but have ability to analyze and evaluate gains and risks in every career move. एक गाइडेड कैरियर पाथ जो किसी ने कहता सी चल पे उन्हें क्या ये कर लो असि कर लिया उसने क्या ये कर लो फिर कर लिया नो at every stage it is our life we have to do the risk analysis and say that मैनू की gain है की risk है and then I am ready to move forward. These are important things along with one more thing that start developing new habits which will help you in staying on the course.
ਹੁਣ ਤੁਹਾਨੂੰ ਇੱਕ ਨਵੀਆਂ ਹੈਬਿਟਸ ਵੀ ਡਿਵੈਲਪ ਕਰਨੀਆਂ ਪੈਣਗੀਆਂ ਔਰ ਉਹੀ ਹੈ ਜਿਹਨੂੰ ਕਹਿੰਦੇ ਨੇ 20 ਬਰਸ ਕਿਛ ਤਪ ਨਾ ਕੀਓ। ਗੁਰੂ ਸਾਹਿਬ ਕਹਿੰਦੇ 20 ਵਰਸ ਜਿਹੜੇ ਅਗਲੇ ਹੈ ਨਾ, ਹੁਣ ਸ਼ੁਰੂਆਤ ਹੋਏਗੀ ਕਰਦੇ 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 20 ਸਾਲ ਦੇ ਵਿੱਚ ਯੂ ਵਿਲ ਕਮ ਆਊਟ ਲਾਈਕ ए गोल्ड। आई मीन पूरा तप करना पेगा ਤਾਂ ਇਹ ਗੋਲਡ ਨਿਖਰ ਕੇ ਆਏਗਾ। बेसिकली what are these new habits ਅਸੀਂ क्विक ਇਹਦੇ ਤੇ ਨਜ਼ਰ ਮਾਰ ਲੈਂਦੇ ਹਾਂ। ਪਾਰਸ਼ੀਅਲ ਲਿਸਟ ਆਫ ਨਿਊ ਹੈਬਿਟਸ ਫॉर एवरीबॉडी इज avoid all time wasters, this is single reason for most of the setbacks। चाहे वो व्हाट्सएप है, चाहे वो बहसबाजी है, चाहे वो इंडल्जेंस इन थिंग्स विच प्रोबेबली आर नॉट गुड इन लाइफ, ਅਸੀਂ किसी भी तरीके ਨਾਲ अगर टाइम वेस्ट कर रहे हैं, we are ruining, we have decided to ruin our career। कंपीटेंस बिल्डिंग शुड बी एवरीडे अफेयर। ये नहीं है कि मैनू एक एडमिशन मिल गया खत्म हो गया काम, नो। कंपीटेंस बिल्डिंग दैट मीन्स आई एम मोर एंड मोर कंपीटेंट पर्सन एवरी डे till the time I can say that now I'm in a position where everything is absolutely clear to me and I know exactly the path, the life is in control of me। I'm not being controlled by five vices जिस तरह की सानू गुरु साहब ने भी किया, काम क्रोध लोभ मोह अहंकार, ये मैनू कंट्रोल कर रहे ने या मैं इन्हों कंट्रोल कर रहा। so we have to take full control of life। कॉमन रिक्वायरमेंट फॉर श्योर सक्सेस, ये दो एरियाज कभी नहीं छोड़ना, चाहे प्रोफेशन साइंस से, चाहे कॉमर्स से, चाहे ह्यूमैनिटी से, चाहे किसी दे विच भी है। एक तो इफेक्टिव कम्युनिकेशन स्किल्स, अनलेस आई एम एबल टू कम्युनिकेट विद पीपल, कैरियर दे विचकार एक लिमिटेशन लग जाएगी। एंड सेकंड थिंग इज हाई सेल्फ एस्टीम दैट आई कैन अचीव इट, अपने बारे एक पॉजिटिव थिंकिंग, वो भी क्योंकि मेरी वैल्यूज एंड प्रिंसिपल्स मेरे नाल हैं। Because those values and principles are there, I trust in myself and I have high self-esteem, which will allow me to basically take risks, perseverance, even showing the courage at places। तो वो सब चीज़ें तय होंगी if I can believe in myself, I start trusting myself। And finally, have friends who are not in the time pass category। ਸਾਡੇ इस एज ਦੇ ਵਿੱਚ ऐसे ਜਿਹੜੇ फ्रेंड हैं वो टाइम पास कैटेगरी वाले हैं। तो यू हैव टू स्लोली, आई मीन उन्होंने नाराज नहीं करना, उन्होंने ये नहीं कहना तू मेरा फ्रेंड नहीं है, बट स्टेप बाय स्टेप अपने आप ਨੂੰ विड्रॉ कर लो। कोई किसी ਨਾਲ नाराजगी नहीं, कोई गुस्सा नहीं, सानू सब ਨਾਲ प्यार है। ਤੁਸੀਂ अपनी जगह ठीक, मैं अपनी जगह ठीक। so slowly withdraw yourself from the friends who are just in the time pass category and they are not helping you in the career building। and finally bring discipline in life। ये नहीं कि आज कर लिया, आज सो गए, कल करेंगे। इफ यू हैव टू डू एक्सरसाइज इन द मॉर्निंग, प्लीज डू इट एवरी डे। फिजिकल हेल्थ इज important। this discipline you have to bring in your life। if you feel that every day 1 hour learning on internet on certain subjects is important, fix 1 hour। ਤੁਹਾਨੂੰ सब चीज़ों लिए टाइम निकालना पड़ेगा। if you have to help your family, you have to help it। you have to talk to them and say ਤੁਸੀਂ ਮੈਨੂੰ ਦੱਸੋ ਕਿਹੜੀ ਹੈਲਪ ਚਾਹੀਦੀ ਹੈ, ਮੇਰੇ ਲਈ 1 ਘੰਟਾ ਮੈਂ ਅਵੇਲੇਬਲ ਹਾਂ, 2 ਘੰਟੇ ਅਵੇਲੇਬਲ ਹਾਂ। so this is discipline, so that you reach a good understanding with all those whom you are interacting, so that relationships are stronger and they are also helping you, situation is helping you to learn faster। but not to ignore understanding family culture and values। ਇੱਥੇ ਆ ਕੇ ਬੜੇ ਕਨਫਲਿਕਟ ਹੁੰਦੇ हैं। अपनी फैमिली का कल्चर, अपनी फैमिली की वैल्यूज ਨੂੰ अंडरस्टैंड करो। if there are shortcomings, if there are weakness within that, then take a lead and slowly family ਦੇ ਅੰਦਰ ਵੀ values ਲੈ ਕੇ ਆਓ। you be the leader, not necessary हर family ਦੇ ਵਿਚਕਾਰ ਉਹ situation ਹੋਏ। अगर नहीं है तो बोलो I am taking the lead, मैनू कुछ फैमिली ਦੇ ਵਿਚਕਾਰ we will work on certain values। understand the capacity of parents or guardians to support। कई बार ਅਸੀਂ जिद करते हैं मैनू ये चाहिए, मैनू वो चाहिए, probably parents cannot support it and everybody has a limitation। हर किसी ਦੀ दुनिया 'ਚ कोई भी नहीं जिसदी limitations ना हो। so understand those limitations of parents before you start demanding it। एक्सपैक्टेशंस ऑफ नियर एंड डियर वंस, जितने ਤੁਹਾਡੇ आस-पास हैं ਉਹਨਾਂ ਦੀਆਂ एक्सपैक्टेशंस ਨੂੰ ਵੀ ਜ਼ਰੂਰ ਮੀਟ ਕਰਨ ਦੀ ਕੋਸ਼ਿਸ਼ ਕਰੋ। so be a lovable, I think, member of the family and of the society। so these are certain things ਜਿਨ੍ਹਾਂ ਨੂੰ ਅਸੀਂ ਥੋੜਾ ਜਿਹਾ ਰੇਜ਼ ਕੀਤਾ before we really go to एक फाइनल चीज़ है कि no betrayal of trust।
Before you act, pass your action through the test, can I share? ਤੁਸੀਂ ਜੋ ਕਰਨ ਜਾ ਰਹੇ ਹੋ ਇੱਕ ਆਪਣੇ ਆਪ ਨੂੰ ਕੁਐਸਚਨ ਕਰੋ ਕਿ ਕੀ ਮੈਂ ਆਪਣੇ ਪੇਰੈਂਟਸ ਨਾਲ ਇੱਕ ਗੱਲ ਸ਼ੇਅਰ ਕਰ ਸਕਦਾ, or even parents should also whatever they are doing can they share it with their children? अगर वो ट्रस्ट नहीं बिल्डअप हो रहा then there is something seriously wrong, something which is being done is undesirable. So question yourself before you act, pass your action through this test, can I share? Because independence is freedom plus responsibility. ਅਸੀਂ ਆਜ਼ਾਦੀ ਮੰਗਦੇ ਹਾਂ, freedom ਸਾਨੂੰ ਮਿਲੇ, but freedom 'ਚ ਕੋਈ problem ਨਹੀਂ ਹੈ if we understand our responsibility. But if we don't understand the responsibility, freedom should not be given. So independence is nothing but freedom plus responsibility. So make sure that if you are demanding freedom, that you are acting like a responsible person. ਹੁਣ ਅਸੀਂ ਆਈਏ ਜੀ ਮੇਨ ਸਬਜੈਕਟ ਤੇ। I will say that should we open it for discussion for 1 or maybe 5 minutes or so before we go to this subject? ਵੀਰ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਹੁਣ ਤੱਕ ਆਈਡੀਆ ਸ਼ੇਅਰ ਕਰ ਰਹੇ ਸੀ ਕਿ ਸਾਨੂੰ ਆਪਣੇ ਵੈਲਿਊ ਸਿਸਟਮ ਤੇ ਵੀ ਧਿਆਨ ਦੇਣਾ ਹੈ, ਸਾਨੂੰ ਫੈਮਿਲੀ ਦੇ ਵੀ ਧਿਆਨ ਦੇਣਾ ਹੈ, ਸਾਨੂੰ ਟਰਸਟ ਵੀ ਬਿਲਡ ਕਰਨਾ ਹੈ ਔਰ ਕਮਿਟਮੈਂਟ ਵੀ ਆਪਣੇ ਪਰਸਨਲ ਗੋਲ ਆਪਣੇ ਫੈਮਿਲੀ ਗੋਲ ਦੇ ਨਾਲ ਵੀ ਕਮਿਟਮੈਂਟ ਸ਼ੋ ਕਰਨੀ ਹੈ ਸਾਨੂੰ, ਜੋ ਕ੍ਰੈਡੀਬਲ ਹੋਏ, ਕ੍ਰੈਡੀਬਲ ਕਮਿਟਮੈਂਟ ਹੋਣੀ ਜ਼ਰੂਰੀ ਹੈ। ਤੇ ਮੈਨੂੰ ਲੱਗਦਾ ਹੈ ਹੁਣ ਅਸੀਂ ਥੋੜੇ ਜਿਹੇ ਸਵਾਲ ਲੈ ਲਈਏ। ਕੁਝ ਸਵਾਲ ਆਏ ਨੇ ਸਾਡੇ ਕੋਲ Okay. ਜੋ ਕਾਫੀ ਸਪੈਸੀਫਿਕ ਨੇ। सवाल important ले लो फिर so that yeah. एक सवाल ये आया है कि ट्वेल्थ एग्ज़ाम जो दे रहा है बच्चा जिदे 10th क्लास 95% उन्हें स्कोर किया है, ट्वेल्थ एग्ज़ाम विच ट्वेल्थ एग्ज़ाम तो बाद ਉਹਦੇ ਕੋਲ इंजीनियरिंग तो अलग की ऑप्शंस ने और ਉਹਦਾ फाइनेंशियल बैकग्राउंड जो स्ट्रॉन्ग नहीं है तो इंजीनियरिंग तो अलग की ऑप्शंस हो सकते हैं बेटर फ्यूचर वास्ते। We have yet to open this topic because career in science is so I will जो part ਅਸੀਂ ਕਵਰ ਕੀਤਾ ਅਗਰ ਉਹਦੇ ਨਾਲ ਬਾਈ ਚਾਂਸ ਕੋਈ ਰਿਲੇਟਡ ਕੁਐਸਚਨ ਹੈ ਤੇ ਕਿਉਂਕਿ ਅਸੀਂ ਹੁਣ ਪਾਰਟ 2 ਵਿੱਚ ਐਂਟਰ ਕਰ ਰਹੇ ਹਾਂ। ਅੱਛਾ, ਪਾਰਟ 1 ਤੋਂ ਇੱਕ ਰਿਲੇਟਡ ਕੁਐਸਚਨ ਇਹ ਹੈ ਕਿ ਜਿਵੇਂ ਅਸੀਂ ਕਈ ਸਾਰੀ ਫਿਲਮਾਂ ਦੇਖਦੇ ਹਾਂ, ਬੱਚੇ ਬਹੁਤ ਸਾਰੀ ਫਿਲਮਾਂ ਦੇਖਦੇ ਨੇ, ਜਿਵੇਂ ਫਿਲਮ ਆਈ 3 ਇਡੀਅਟਸ ਆਈ ਜਾਂ ਹੁਣ ਕਾਫੀ ਫਿਲਮਾਂ ਬਣ ਰਹੀਆਂ ਨੇ, ਬਾਇਓਪਿਕ ਬਣ ਰਹੀਆਂ ਨੇ, ਸਪੋਰਟਸ ਪਰਸਨੈਲਿਟੀ ਤੇ ਬਣਦੀਆਂ ਨੇ ਜਾਂ ਪੋਲੀਟੀਕਲ ਪਰਸਨੈਲਿਟੀਜ਼ ਤੇ ਬਣਦੀਆਂ ਨੇ, ਜਿਹਦੇ ਦਿਖਾਇਆ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਦਾ ਇੱਕ ਜੋ ਕਰੰਟ ਉਹਨਾਂ ਦੇ ਲਾਈਫ ਵਿੱਚ ਕਰੀਅਰ ਆਪਸ਼ਨ ਚੱਲ ਰਿਹਾ ਸੀ ਉਹਨੂੰ ਛੋੜ ਕੇ ਉਹਨਾਂ ਨੇ ਕੁਝ ਹੋਰ ਆਪਟ ਕੀਤਾ ਔਰ ਸਕਸੈਸ ਉਹਨਾਂ ਨੇ ਹਾਸਲ ਕੀਤੀ। ਤੇ ਉਹ ਵੀ ਬੱਚਿਆਂ ਨੂੰ ਇੱਕ ਡਾਊਟ ਵਿੱਚ ਪਾਉਂਦਾ ਹੈ ਕਿ ਮੈਂ ਸ਼ਾਰਟ ਟਰਮ ਸਕਸੈਸ ਵਾਸਤੇ ਜਾਵਾਂ ਜਾਂ ਮੈਂ ਜਿਵੇਂ ਕਿਹਾ ਜਾਂਦਾ ਹੈ ਫੋਲੋ ਯੋਰ ਹਾਰਟ, ਜੋ ਤੁਹਾਡਾ ਮਨ ਕਹਿ ਰਿਹਾ ਉਹ ਤੁਸੀਂ ਫੋਲੋ ਕਰੋ, ਲੇਕਿਨ ਸ਼ਾਰਟ ਟਰਮ ਵਿੱਚ ਉਹ ਬਹੁਤ ਪ੍ਰੋਮਿਸਿੰਗ ਆਪਸ਼ਨ ਨਹੀਂ ਲੱਗਦਾ। ਤੇ ਇਸ ਕਨਫਿਊਜ਼ਨ ਤੋਂ ਬੱਚੇ ਕਿਵੇਂ ਬਾਹਰ ਆਣ? देखो इस तरह की ये किसी ने लाइफ ਦੇ ਵਿੱਚ ਅਚੀਵ ਕਰ ਲਿਆ और there are films, there are books on the people who have actually achieved extraordinary results in their life. ਉਹ ਸਾਨੂੰ ਪੜ੍ਹਾਏ ਜਾਂਦੇ ਆ ਔਰ ਬਹੁਤ ਅੱਛੀ ਗੱਲ ਹੈ, ਬੁੱਕਸ ਅਵੇਲੇਬਲ ਹੈ, ਦੇ ਐਨਕਰੇਜ ਅਸ ਐਂਡ ਵੀ ਕੈਨ ਡੂ ਇੰਟਰੋਸਪੈਕਸ਼ਨ ਐਂਡ ਫਾਈਂਡ ਆਊਟ ਕਿ ਅਸੀਂ ਦੀ ਲਾਈਫ ਵਿੱਚ ਕੀ ਕਰ ਸਕਦੇ ਹਾਂ। ਪਰ ਜੋ ਸਾਨੂੰ ਚੀਜ਼ ਨਹੀਂ ਦੱਸੀ ਜਾਂਦੀ ਨਾ, ਇੱਕ ਬੈਲੈਂਸਿੰਗ ਐਕਟ ਹੁੰਦਾ ਹੈ। That means if we are talking about success story, we also have to tell the failure stories also, कि the people who ventured out, they failed and what were the reasons for their failure. ਤਾਂ ਤੇ ਗੱਲ ਹੈ ਕਿ ਮੈਂ ਦੋਨੋਂ ਚੀਜ਼ਾਂ ਸਾਹਮਣੇ ਰੱਖ ਕੇ ਦੇਖ ਪਾ ਰਿਹਾ। ਹੁਣ ਅਸੀਂ ਕੀ ਇੱਕ ਸਾਈਡ ਦੀ ਪਿਕਚਰ ਦਿਖਾਉਂਦੇ ਆ, ਉਹ ਬੜੀ ਰੋਜ਼ੀ ਲੱਗਦੀ ਹੈ ਔਰ ਅਸੀਂ ਅਟਰੈਕਟ ਹੋ ਕੇ ਦੌੜ ਪੈਂਦੇ ਆ ਉੱਧਰ ਨੂੰ। That means the risk and analysis which is completely required related to my life and the step which I am going to take. मैं एक एग्जांपल देंगा, एक टाइम आया सी करीब 40,000 बच्चे उन्होंने क्रिकेट अकेडमी ज्वाइन करनी शुरू कर दी। और बड़ा क्रिकेट का नाम है, हर कोई IPL भी हो रहा है, इतना ग्लैमरस जहा वर्ल्ड है। इमेजिन ऑल ओवर इंडिया 40,000 पीपल एक्चुअली मूव्ड अवे फ्रॉम स्टडीज, कैन यू बिलीव इट? हालांकि इंडिया की आबादी बहुत है, 40,000 शायद परसेंटेज बड़ा लो नंबर है, बट दे रीच द स्टेज व्हेन दे हैव नो कैरियर एट ऑल। ਨਾ ਤੇ ਉਹ ਪਹੁੰਚ ਪਾਏ ਉਹਨਾਂ 30 40 50 ਬੰਦਿਆਂ ਵਿੱਚ 40,000 ਵਿੱਚੋਂ। ਉਹਨਾਂ ਨੇ ਸੋਚਿਆ ਕਿ ਕ੍ਰਿਕਟ ਹੀ ਕ੍ਰਿਕਟ ਹੈ, ਹਰ ਕੋਈ ਨੂੰ ਚਾਂਸ ਮਿਲ ਰਿਹਾ, ਬਹੁਤ ਕੁਝ ਹੈ। ਸੋ ਬੇਸਿਕਲੀ ਵੈਨ ਵੀ
सी दैट ये 40-50 बच्चे कर पाए तो एटलीस्ट ਤਾਂ ਹੀ बने ना, क्योंकि इन्होंने भी छोड़ के किया। I will say that if you are taking a risk, you should have a backup plan B। कि मैं जो स्टडीज कर रहा मैं इनू मेन मनांगा और ਉਹਦੇ ਨਾਲ मैं एक्स्ट्रा एफर्ट एक्स्ट्रा टाइम लगा के कैरियर परस्यू करने की कोशिश करांगा। If I get enough of indication that I am succeeding, only then I will leave। नहीं तो वो जो सो कॉल्ड कॉलेज ड्रॉप आउट का एक लैके चलते ना कि कॉलेज ड्रॉप आउट तो बाद देखो सारे बंदे जिन्हें सक्सेसफुल हुए हैं राइट फ्रॉम आइंस्टाइन टाइम एडिसन टाइम तो सारे कॉलेज ड्रॉप आउट थी। तो हम सारे बंदे अगर कॉलेज छड़ के बाहर आ जाएंगे तो व्हाट विल दे डू। So basically it is your own analysis। Even when you are planning to leave the college life to pursue something which you feel is attracting you and you might succeed, उन्हें पैरेलल चलाओ कुछ टाइम तक। डोंट रश फॉर इट। ਤੁਸੀਂ ਆਪਣਾ ਦੋਨੋਂ ਬੇੜੀਆਂ ਤੋਂ ਪੈਰ ਰੱਖ ਕੇ ਇਹ ਨਾ ਹੋਏ ਬਿਲਕੁਲ ਡੁੱਬ ਜਾਓ। ਇੱਕ ਬੇੜੀ ਤੇ ਪੂਰਾ ਪੈਰ ਰੱਖੋ, ਇੱਕ ਨੂੰ ਸਿਰਫ ਟੱਚ ਕਰੋ ਅਜੇ, ਔਰ ਟੱਚ ਕਰਕੇ ਦੇਖੋ ਉਸ ਬੇੜੀ ਵੱਲ ਜਾ ਸਕਦਾ ਕਿ ਨਹੀਂ ਜਾ ਸਕਦਾ। ਇਕੱਠੇ ਦੋਨੋਂ ਤੋਂ ਜਾਂ ਇਹਨੂੰ ਛੋੜ ਕੇ ਉਹਦੇ ਤੇ ਜਾਓ, ਉਧਰ ਡੁੱਬ ਜਾਓ, ਉਹ ਨਹੀਂ ਹੋਣਾ ਚਾਹੀਦਾ। So this is my answer to that question। If you are reading success stories, please also read failure stories along with that and find out why certain people failed also। Unfortunately, many books are not available। थैंक यू वीर जी। ਤੁਸੀਂ ਅਗਲਾ ਪਾਰਟ ਜੋ ਹੈ ਸੈਸ਼ਨ ਦਾ ਕੰਟੀਨਿਊ ਕਰੋ ਪਲੀਜ਼। So, ठीक है जी। So we now move to the part B, that is career in science। Actually ਇਹਦੇ ਵਿੱਚ ਕੀ ਹੈ ਕਿ I will not be spending too much time on each slide because ultimately मैं ਤੁਹਾਨੂੰ ਦੇ ਦਿਆਂਗਾ, ਤੁਸੀਂ ਆਪਣੇ ਆਪ ਬਹੁਤ ਕੁਝ ਅੱਗੇ ਕਰਨ ਨੂੰ ਹੋਏਗਾ। ਇਹ ਤਾਂ ਸਿਰਫ ਸਬਜੈਕਟ ਨਾਲ ਅਸੀਂ ਇੰਟਰੋਡਿਊਸ ਕਰ ਰਹੇ ਹਾਂ। options thousands ਦੇ ਵਿੱਚ ਜਾ ਰਹੀ ਹੈ। there is no way that we can actually completely explain it। ਸਭ ਤੋਂ ਪਹਿਲੇ ਤੇ why science। I mean those who are attracted, it's a good thing। I think science ਵੱਲ ਜ਼ਰੂਰ ਜਿਨ੍ਹਾਂ ਨੂੰ ਸ਼ੌਕ ਹੈ ਉਹ ਜ਼ਰੂਰ ਜਾਣ। It is effective use of extraordinary intelligence। ਜਿਤਨੇ ਤੁਸੀਂ ਇੰਟੈਲੀਜੈਂਟ ਹੋ ਸਾਇੰਸ ਦੇ ਫੀਲਡ ਵਿੱਚ ਤੁਹਾਡੀਆਂ ਉਤਨੀਆਂ ਹੀ ਅਪੋਰਚੁਨਿਟੀਜ਼ ਜ਼ਿਆਦਾ ਨੇ। You are also having scientific correlation of the things around us connect with the ecosystem। ਅਸੀਂ ਕੀ ਆਪਣੇ ecosystem ਦੇ ਨਾਲ connect ਵੀ ਹੋ ਪਾ ਰਹੇ। right। प्रोग्रेसिव एंड अमेजिंग डेवलपमेंट्स ने वो भी सारियां साइंस की। मैंने कोई गिनाण की लोड़ ही नहीं। जिस ਤੁਸੀਂ ਹੱਥ ਵਿੱਚ ਮੋਬਾਈਲ ਜਾਂ ਕੰਪਿਊਟਰ ਰੱਖ ਕੇ ਬੈਠੇ ਹੋ ਤੇ ਸਭ ਕੁਝ ਤੇ ਸਾਇੰਸ ਦੇ ਨਾਲ ਚੱਲ ਰਿਹਾ ਅੱਜ ਕੱਲ੍ਹ। ਵਾਸਟਨੈਸ ਬਹੁਤ ਹੈ। नो एरिया इज अनटच्ड, अनलिमिटेड स्कोप है। इनफैक्ट कोई ऐसा फील्ड है नहीं जिससे साइंस की जरूरत नहीं पे। ਤੁਸੀਂ एंटरटेनमेंट इंडस्ट्री ਵਿੱਚ ਵੀ ਜਾਓਗੇ ਉੱਥੇ ਵੀ ਫੋਟੋਗ੍ਰਾਫੀ, ਉੱਥੇ ਵੀ ਕੈਮਰੇ ਹੈ, ਕੈਮਰੇ ਕੀ ਹੈ, ਐਡੀਟਿੰਗ ਹੈ, ਸਭ ਕੁਝ ਹੈ। ਸਭ ਟੈਕਨੀਕਲ ਏਰੀਆ ਸਟਾਰਟ ਹੋ ਜਾਂਦੇ ਨੇ। फ्रीक्वेंसी की गल कर रहे होंगे ने वो सारे के सारे जितने गैजेट्स हैं वो सब टेक्निकल लोग ही चला रहे होंगे, टेक्निकल टीम होंगी। So basically there is no area where technical field is not there। Variety of concepts like nuclear power, coronavirus, global warming, information world, aviation, space, laser surgery, water depletion, high-rise structures। ਤੁਸੀਂ ਨਾ ਲਓ। I mean science is there everywhere। It is such a vast field compared to when we talk of commerce, which is more focused on commodity, their commercial value and economics, and humanities, which is more focused on people and their history and whatever। Science basically has a much wider scope in the life in every field। So it gives you very respectable and lucrative jobs also। Sustained growth है। कभी ऐसा नहीं होएगा कि साइंस की रिक्वायरमेंट खत्म होगी। फील्ड बदल जाएंगे, आर्टिफिशियल इंटेलिजेंस आ जाएगा, कुछ और नवी चीज़ें आ जाएंगी, कलर बदलता जाएगा, प्रोग्रेस चलती रहेगी, टेक्नोलॉजी बदलती जाएगी, बट इट विल ऑलवेज बी इन द फोर फ्रंट। इट विल बी रनिंग द वर्ल्ड। प्लस इट गिव्स यू वर्ल्ड क्लास नेशनल एंड इंटरनेशनल इंस्टीट्यूशन एंड अपॉर्चुनिटीज। अपनी कंट्री की इंटरनेशनल भी बढ़िया इंस्टीट्यूट्स हैं, यूनिवर्सिटीज़ हैं जो स्टडीज़ देती हैं। एंड वंस यू आर इनटू दैट प्रोफेशनल ਤੁਹਾਡੇ ਕੋਲ इंटरनेशनल अपॉर्चुनिटीज भी हैं। कई बार बहुत ट्रैवल दी अपॉर्चुनिटीज भी बन सकती हैं। आई कैन गिव माय ओन एग्जांपल। मैं कंपनीज ਦੇ ਸਿਰਫ ਸभी कंट्रीज देखे हुए हैं। तो देयर वाज सो मेनी अपॉर्चुनिटीज वी यूज्ड टू रिफ्यूज भी थक गए, इतनी ट्रैवल नहीं होती। तो इतना इंटरनेशनल ट्रैवल इन्वॉल्व हो जाता है। सो बेसिकली लॉट मेनी गुड अपॉर्चुनिटीज आर देयर व्हेन वी टॉक ऑफ साइंस।
नो सिलेक्शन ऑफ ए कैरियर है साइंस ਅਸੀਂ हर चीज ਨੂੰ तीन चीज़ों ਤੇ ਪਹਿਲਾਂ ਟੈਸਟ ਕਰਕੇ ਦੇਖੀਏ। एक तो मेरा एप्टीट्यूड, अगर मेरी साइंटिफिक थिंकिंग है, इफ आई एम ट्राइंग टू डिसमेंटल टॉयज में बचपन टॉयज खोल के देखता सी भी अंदर की कुछ है और मैनू मजा आंदा सी, मैं ਉਹਦਾ मैकेनिज्म समझण ਦੀ कोशिश करता सी। सो आई कैन से माय एप्टीट्यूड और नेचुरल लर्निंग वाज फॉर द साइंटिफिक थिंग्स। इफ आई फ्रीक्वेंटली क्वेश्चन हाउ, अगर मैनू कुछ भी होया तो पता लगाने की करते किस तरह होया, हाउ इट हैपेंड, how not in how related to the scientific. Basically, if I am in the habit of asking how, then it shows my aptitude that I have a scientific aptitude. Next comes the personality. This is called API orientation कि मेरा mind actual science वो जाना चाहिए या नहीं जाना चाहिए। So when it comes to personality, I have a scholastic behavior, बड़े scholars की तरह सोचना, deeply सोचना, keen interest in universal laws, ਜਿਹੜੇ ਵੀ यूनिवर्सल लॉज ग्रेविटी तो ही शुरू हो जाए, बस बहुत डीप जाना, एटम के अंदर जाना, देखना सब कुछ मैनू बड़ा इंटरेस्ट आए। लाइट है ਉਹਦੇ एक्सपेरीमेंट्स हैं, ਇਨਕੁਇਜ਼ਿਟਿਵਨੈਸ है, ਮੈਨੂੰ हर चीज़ एक किस तरह होया जिवें हाउस लिखिया सी मेरी पर्सनैलिटी तो पता लगता है कि बंदे ਨੂੰ ਇਨਕੁਇਜ਼ਿਟਿਵਨੈਸ है, होर जानना चाहता है, होर समझना चाहता है। एबिलिटी टू कनेक्ट थिंग्स विद स्पेस एंड टाइम, आई एम एबल टू कनेक्ट थिंग्स विद स्पेस एंड टाइम भी, इतने टाइम से होया, इतने टाइम से होया, इतने डिस्टेंस से होया। सो दैट काइंड ऑफ थिंकिंग एंड लॉजिकल इंटेलेक्ट, अगर वो सब मेरी पर्सनैलिटी का पार्ट है, then of course it meets my second requirement. एंड थर्ड थिंग इज द इंटरेस्ट। इतना सब कुछ होंदे हुए भी मैं अपने आप ही कोई मैथमेटिकल मॉडलिंग करन लग जांदा, ये एक्स है, ਇਹਦੇ ਚ ਇਹ ਜਾਏਗਾ, ਇੱਥੇ ਜਾਏਗਾ इतने टाइम, और आई सी बंदा इतों इतने बजे चलिया और पहुंच जाएगा। जो भी कोई सिचुएशन सामने आती है मैं कैलकुलेशन ਵਿੱਚ चला जाता। आई स्टार्ट असेंबलिंग पार्ट्स, अगर इन्हों कंबाइन कर दिए तो की होएगा। I am I believe in designing, not designing basically the artwork, like designing structures, building कोई इदा diagrams बनाने जिवें architect लोग करते हैं, और exploration किते अंदर जाके देखना भी अंदर किस तरह चल रही है मशीना, किस तरह चल रही है, exploration है मेरा इंटरेस्ट है। मैं खड़ा होकर कई बार मशीन ਨੂੰ देखता रहा। अगर उस टाइप दियां API मेरा है, that is aptitude, personality and interest, science is the best career for me. Now it may be partly so, partly not so. We can go to somebody who conducts the API test, who can tell कि ਤੁਹਾਡੇ ਕੋਲੋਂ questions पूछ के ਦੱਸ ਸਕਦੇ हैं कि ਤੁਹਾਡਾ API attitude, API orientation ਕੀ है और ਕਿਹੜਾ ਤੁਹਾਨੂੰ career suit करेगा। So those kind of tools are available ਜਿਹਦੇ ਚ test करवाया जा सकता है। But I believe that most of us know about ourselves. We should not be spending too much time in or spending money in all such things. मेरे हिसाब ਨਾਲ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। We know ourselves quite well कि so far what is my interest, what is my personality and what is my aptitude. I can take help from my friends and parents and other close associates to tell me about myself। और note करो, देखो मेरा API की, अपने आप ना चेक करो, and then you may say yeah, science is the right career for me। मतलब मैनू ये अगे चल के नहीं लगेगा मैं क्यों किया, बिकॉज मेरा नेचुरल इंटरेस्ट है उधर। मेरा मेरा टेंडेंसी है टू बेसिकली शो लॉट ऑफ इंटरेस्ट इन साइंटिफिक थिंग्स। सो दिस इज ए बेसिक रिक्वायरमेंट। अगर ये मीट हो रही है, असं सिर्फ इस करके नहीं कि मार्क्स अच्छे आए हैं, कई बार मार्क्स असं रट के भी अच्छे ले आते हैं, कई बार साढ़े मार्क्स ले आने की एबिलिटी किसी कई होर हर सब्जेक्ट में अच्छी है। इट्स नॉट जस्ट द साइंस, आई एम डूइंग गुड इन एवरी सब्जेक्ट। So how do I basically say that my API orientation is what science or for some other stream? So ये तो एक aspect हो गया। So we have basically four major career streams। ये दो तो science ਨਾਲ related है, PCM and PCB, and then we have two more streams, one is commerce ਜਿਹਦੇ ਵਿੱਚ कि accounts, stats, economics, business वगैरह आते हैं, and then humanities which is history, geography, political science, sociology also, psychology. So all these things are basically covered under humanities. So today basically we will be talking about these two, science group A and science group B. And very briefly, I'm just going to give you an overview। पिक तुसी अपने आप करना है, मैं एक ओवरऑल ਤੁਹਾਨੂੰ पिक्चर दे रहे हैं और एक गाइडेंस दे रहे हैं कि हाउ यू कैन फर्दर एक्सप्लोर
मतलब अगर today if you are stuck, then what is the best way to move forward? Let us start with PCM, which is physics, chemistry, math stream, which is starts from class 11th and 12th. Uh, qualifications जो इस तो बाद open ਹੁੰਦੀ ਹੈ ਸਾਡੇ ਲਈ, that is engineering, BTech, BE, BF Tech, Bachelor of Fashion Technology. There is a technology involved in fashion also. Bachelor of Architecture, Bachelor of Planning, Bachelor of Interior Design, Bachelor of Design, and besides that BSc Physics Chemistry जो मैंने कहने की लोड़ ही नहीं है, वो professional line नहीं है, वो general साड़ी categories है. So today we are talking of basically career lines, so ਜਿਹੜੀਆਂ professional related है, so वो है नहीं, but these are the basically main qualifications what we can get. And ये सारे 4 year ਦੇ course है except Bachelor of Architecture which is 5 year course. ਇਸ ਤੋਂ ਇਲਾਵਾ engineering ਦੇ सब 4 year courses ਨੇ. ਹੁਣ ਇਹਦੇ 'ਚ professions ਕਿਹੜੇ ਹੈ ਉਹ ਦੇਖਣ ਵਾਲੀ ਚੀਜ਼ ਹੈ. You can become an engineer, you can become a mathematician, scientist, depend again ਤੁਹਾਡਾ mental orientation ਕੀ ਹੈ. If you are too good at math, so being a statistical analysis and mathematician होना एक बहुत आज की demand है. There are companies who do lot of analysis based on the data. तो वो भी एक बड़ी ਵੱਡਾ फील्ड है. Then you can be scientist ਜਿਹੜੇ discoveries ਕਰ ਰਹੇ ਨੇ, ਚਾਹੇ ਹੁਣ ਕੋਰੋਨਾ ਦੇ ਕਿੰਨੇ ਸਾਇੰਟਿਸਟ ਲੱਗ ਗਏ ਆ ਵੀ ਤਾਂ ਸਾਨੂੰ ਉਹ ਮੈਡੀਕਲ ਫੀਲਡ ਦੇ ਵਿੱਚ ਹੈ. So they are also called medical scientists. Architects, those who design building, bridges and basically malls and all that. Malls ਦਾ after all ਕੋਈ ਤੇ ਡਿਜ਼ਾਈਨ ਕਰ ਰਿਹਾ ਅੰਦਰੋਂ ਕਿਹੜੀ ਸ਼ੇਪ ਹੋਏਗੀ. Commercial pilots, astronaut, आर्मी जा सकते हो, नेवल ऑफिसर बन सकते हो, फिजिस्ट बन सकते हो, स्टैटिस्टिशियन बन सकते हो, इंटीरियर डिजाइनर बन सकते हो, इवन फैशन डिजाइनर, ऑटोमोबाइल डिजाइनर, टाउन प्लानर, केमिस्ट. ये केमिस्ट बेसिकली दे हैव लॉट ऑफ इंजीनियरिंग बैकग्राउंड की ਤੁਹਾਨੂੰ ਜਿਹੜੇ केमिकल इंडस्ट्री लगानी होती है. आई एम नॉट टॉकिंग केमिस्ट एज ए शॉप, basically the chemical industry which develops the process for medicines. So that is typically an engineering activity. ਹੁਣ अगर ਅਸੀਂ BE BTech ਦੀ ਗੱਲ ਕਰੀਏ तो जो की branches हैं, actually अगर मैं नहीं भी पढ़ाऊंगा तो चल जाएगा, because it's not important that I just read out the name of the branches which you can even otherwise find out. Aerospace, agriculture and food, architecture, alphabetical order से लिखे हैं जी, ceramic, chemical, civil, computer science, electrical, electronics, communication. इतनी ज़्यादा फील्ड है, इसके आगे सब फील्ड्स भी हैं. People go to different countries also to do MS in their further जो एरिया हर एक के अंदर अगे 10-10, 12-12 ब्रांचेस हो रहे हैं. अगर ਤੁਸੀਂ ਕੋਈ पर्टिकुलर इंजीनियरिंग ब्रांच लोगे अंदर किसी के अंदर जो 20-25 फर्दर सब्जेक्ट्स हैं जिन्हों के अंदर MS ਕਰਨ लोग बाहर जा रहे हैं जनरली. So in our country that kind of education is a bit rare, but otherwise yes, there is no limit to it. इतनी ज़्यादा इंजीनियरिंग ਦੀਆਂ ब्रांचेस हैं कि ਤੁਹਾਨੂੰ ਇਹ ਵੀ ਦੇਖਣਾ ਪਏਗਾ ਕਿੱਥੇ ਕਿਸ ਕਾਲਜ ਕੀ ਅਵੇਲੇਬਲ ਹੈ ਕੀ ਨਹੀਂ ਅਵੇਲੇਬਲ ਹੈ. ਅਗਰ ਅਸੀਂ ਦੇ ਸਕੋਪ ਦੀ ਗੱਲ ਕਰੀਏ ਤਾਂ ਆਪਣੇ ਆਪ 'ਚ ਇੱਕ ਬਹੁਤ ਵੱਡੀ ਡਿਸਕਸ਼ਨ ਹੈ ਕਿ ਹਰ ਇੱਕ ਦਾ ਕੀ ਸਕੋਪ ਹੈ. ਫॉर एग्जांपल इफ आई पिक अप मैरीन हीयर, तो ਤੁਸੀਂ ਮੈਰੀਨ ਇੰਜੀਨੀਅਰਿੰਗ ਕੀਤੀ ਹੈ ਤੇ ਮੈਰੀਨ ਦੇ ਵਿਚਕਾਰ ਬਹੁਤ ਵੱਡਾ ਸਕੋਪ ਹੈ ਤੁਹਾਡਾ. ਮੈਰੀਨ ਲੈਕਸ ਆਫ ਸ਼ਿਪਸ ਬੇਸਿਕਲੀ ਉਹਨਾਂ ਨੂੰ ਕੋਈ ਮੈਨੇਜ ਕਰ ਰਹੇ ਆ, ਬੇਸਿਕਲੀ ਇੰਜੀਨੀਅਰ ਸੀ, ਉਹਨਾਂ ਦੇ ਕੈਪਟਨਸ ਜਿਹੜੇ ਉਹ ਵੀ ਇੰਜੀਨੀਅਰ ਸੀ ਹੁੰਦੇ. ਸੋ फील्ड्स से बहुत सारे और हर एक फील्ड के बड़ी डिटेल डिस्कशन हो सकती है. उन जो कैरियर प्रोस्पेक्ट्स हैं, यू विल गेट जॉब इन टेक्निकल कंपनीज और यू कैन गो फॉर हायर स्टडीज इन मैनेजमेंट और टेक्निकल फील्ड. इस तो बाद तुम फर्दर कह सकते हो मैंने और स्पैसिफिक फील्ड में जाना है, मेरा वो बहुत ज़्यादा इंटरेस्ट है. मे भी डेटा प्रोसेसिंग भी थोड़ा इंटरेस्ट आ गया, या कंप्यूटर का कोई कंपोनेंट है, कोई चिप है, ਉਹਦੇ ਵਿਚਕਾਰ ਤੁਹਾਡਾ ਇੰਟਰਸਟ ਆ ਰਿਹਾ, ਉਹਦੇ ਵਿਚਕਾਰ ਤੁਹਾਨੂੰ ਫਰਦਰ ਸਟੱਡੀਜ਼ ਦੀ ਜ਼ਰੂਰਤ ਹੈ, ਜਾਂ ਟੈਕਨੋਲੋਜੀ ਵਿੱਚ ਜਾਣਾ ਚਾਹੁੰਦੇ ਹੋ ਕਿ ਅੱਗੇ ਆਉਣ ਵਾਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੀ ਟੈਕਨੋਲੋਜੀ ਹੈ. ਫੀਲਡ ਤੁਹਾਡੇ ਐਕਸਪੈਂਡ ਹੁੰਦੇ ਜਾਣਗੇ, ਕੋਈ ਐਂਡ ਨਹੀਂ ਹੈ. ਯੂ ਕੈਨ ਸਟਾਰਟ ਯੂਰ ਓਨ ਬਿਜ਼ਨਸ ਔਰ ਟੈਕਨੀਕਲ ਵੈਂਚਰ. ਇੱਕ ਵਾਰ ਟੈਕਨੀਕਲ ਨੌਲੇਜ ਹੋਏ, ਤੁਹਾਨੂੰ ਕਿਸੇ ਏਰੀਆ 'ਚ ਇੰਟਰਸਟ ਹੈ, ਯੂ ਕੈਨ ਸਟਾਰਟ ਯੂਰ ਬਿਜ਼ਨਸ ਇਨ दैट ਏਰੀਆ. ਛੋਟੀ ਮੋਟੀ ਇੰਡਸਟਰੀ ਲਗਾ ਕੇ ਸ਼ੁਰੂ ਕਰੋ, ਟੁਮਾਰੋ ਯੂ ਕੈਨ ਬੀ ਅ ਬਿਗ ਇੰਡਸਟਰੀਜ਼. ਸਿਵਲ ਸਰਵਿਸਿਜ਼ ਵਿੱਚ ਜਾ ਸਕਦੇ ਹੋ. I mean this is very important job and we encourage
every student to give at least one chance and think about it, can I join civil services? Actually civil services जो जा रहे हैं, they are the real kings of the country. ਕੰਟਰੀ ਸਿਵਲ ਸਰਵੈਂਟਸ ਹੀ ਚਲਾਉਂਦੇ ਆ। ਪੋਲੀਟੀਸ਼ੀਅਨਸ ਆਉਂਦੇ ਆ ਜਾਂਦੇ ਆ, ਕੰਟਰੀ ਨੂੰ ਚਲਾਉਣ ਵਾਲੇ ਪਿੱਛੇ ਆਈਐਸ ਆਫੀਸਰਸ ਹੁੰਦੇ ਆ। ਤੁਸੀਂ ਜੋ ਕੈਬਨਿਟ ਸੈਕਟਰੀ ਵਰਡ ਸੁਣਿਆ, ਉਹ ਕੈਬਨਿਟ ਸੈਕਟਰੀ ਦੀ ਪਾਵਰਸ ਪ੍ਰਾਈਮ ਮਿਨਿਸਟਰ ਦੇ ਨਾਲ ਇਨ ਰੀਅਲ ਸੈਂਸ ਜ਼ਿਆਦਾ ਹੁੰਦੀਆਂ ਨੇ ਔਰ ਕਿਸੇ ਨੂੰ ਪਤਾ ਨਹੀਂ ਹੁੰਦਾ। ਸੋ ਦੇ ਆਰ ਦ ਪੀਪਲ ਹੂ ਬੇਸਿਕਲੀ ਰਨ ਦ ਕੰਟਰੀ। ਯੂ ਕੈਨ ਗੋ ਇਨਟੂ ਰਿਸਰਚ ਐਂਡ ਐਕੈਡੈਮਿਕਸ, ਪੜ੍ਹਾਉਣਾ ਚਾਹੇ ਤੁਹਾਡਾ ਸ਼ੌਕ ਹੈ ਅਕੈਡਮਿਕਸ ਜਾ ਸਕਦੇ ਹੋ, ਆर्म्ड फोर्सेस जा सकते हो। तो दीज आर द कैरियर, डिफरेंट कैरियर प्रोस्पेक्ट्स। ਹੁਣ ਟੈਕਨੀਕਲ ਅਗਰ ਅਸੀਂ ਕਹੀਏ ਕੰਪਨੀ, देयर में भी अगेन 300 400 टाइप्स ऑफ कंपनीज जो अलग अलग टेक्निकल फील्ड ਦੇ ਵਿੱਚ ਹੈ ਔਰ ਉਹਨਾਂ ਦੇ ਵਿਚਕਾਰ ਬੜੀਆਂ अपॉर्चुनिटीज हैं। And the best part about science is that you can even now diversify to commerce and humanities. This choice is not available with commerce and humanities students in 10 plus 2. But if you were a science student in 10 plus 2, you can also opt for commerce and humanities. That means ਤੁਹਾਨੂੰ ਇਤਨੀ ਰਿਸਪੈਕਟ ਮਿਲਦੀ ਹੈ ਕਿ ਤੁਹਾਡੇ ਲਈ ਸਾਰੇ ਦੇ ਸਾਰੇ BSc ਦੇ ਰਸਤੇ ਖੁੱਲੇ ਹਨ। ਤੁਸੀਂ ਅੱਗੇ ਕਾਮਰਸ BCom ਕਰਕੇ CA ਬਣਨਾ ਚਾਹੋ, ਹੋ ਸਕਦਾ ਤੁਹਾਡੀ 10 plus 2 ਤੱਕ ਸਾਇੰਸ ਹੋਏ, even that is open. So there is an opportunity where you can expand into a different or diversify into a different stream altogether. अगर कॉलेजेस की गल करिए तो जो इन्हों के टिपिकल साढ़े को 4 कैटेगरीज हैं, एक असीं कहते हैं IIT इंडियन इंस्टीट्यूट ऑफ टेक्नोलॉजी। कई साढ़े को IITs हैं, इन्होंने करीब 9-10 की रेपूटेशन बहुत अच्छी है। रेस्ट आर लाइक अदर कॉलेजेस, अभी उन्होंने कोशिश हो रही है, दे विल ऑल्सो डिवेलप। देन वी हैव इंस्टीट्यूट ऑफ इंफॉर्मेशन टेक्नोलॉजी, ये 25 ने। NIT नेशनल इंफॉर्मेशन नेशनल इंस्टीट्यूट ऑफ टेक्नोलॉजी, सॉरी NIT नेशनल इंस्टीट्यूट ऑफ टेक्नोलॉजी, वो भी 32 हैं। 32 विचों 10-12 की रेपूटेशन बहुत अच्छी है। एंड अदर टॉप कॉलेजेस एंड यूनिवर्सिटीज़ भी हैं 45 तो ज़्यादा। तो अज की डेट जो इंडस्ट्री जिन्होंने रिकोगनाइज कर रही है, वो करीब करीब 115-20 के आसपास कॉलेजेस हैं जिन्हों की रिकोगनीशन, दे आर वेरी वेल रिकोगनाइज एंड जॉब्स के विचकार उन्होंने किते ना किते जोन वाइज प्रैफरेंस मिल जाती है। तो इंडिया इज़ अ बिग कंट्री, हर जोन के यूनिवर्सिटीज़ हैं, कॉलेजेस हैं, सब कुछ है। हूँ जो इन्हों के एंट्रेंस एग्जाम ने वो मेनली तो 6 कैटेगरीज ही। वन इज जॉइंट एंट्रेंस एग्जामिनेशन इज 1 and 2, एडवांस वगैरह भी हैं। एक बिटसेट है जो बिट्स पिरानीज है। दैन वेलोर का अपना VIT, सिम्बासिस का अपना है, SRM इंस्टीट्यूट का अपना है, और एक नाटा है जोड़ा कि आर्कीटैक्चर के लिए है। तो ये 6 मेन कैटेगरीज हैं। इस तो इलावा भी शायद कुछ हो, बट अगर ये 6 तो साडा फोकस है और इन्हें कॉलेजेस के विचकार सानू एंट्री मिल सकती है। तो इन्हें कॉलेजेस के बारे पता किस तरह चलेगा? तो बेसिकली इफ यू गो टू इंटरनेट एंड से मैनू सिर्फ IITs की इन्फॉर्मेशन चाहिए, सिर्फ NIT, तो NIT की पूरा चार्ट मिल जाएगा। इवन इफ आई गिव यू सम इंफॉर्मेशन टुडे, शाम तक वो बदल सकती है। कोर्सेज ऑफर्ड, लोकेशन ऑफ कॉलेज, कॉन्टैक्ट्स की ने, एडमिशन प्रोसेस की है, नंबर ऑफ सीट्स हर कैटेगरी हर स्ट्रीम के की हैं, एग्जामिनेशन दी डेट्स की हैं, सब्जेक्ट्स की हैं, नंबर ऑफ क्वेश्चंस कितने आएंगे टेस्ट में, कितने मार्क्स, जनरली मार्किंग का क्राइटेरिया की है। So all this information is a huge information about IITs, about NITs, about triple ITs and other colleges, which you will be required to go and study on the internet. मैं इतने सामने दिखा भी दियांगा, डाइजेस्ट नहीं कर पाओगे, pages and pages आते जाएंगे, you will not be, but I am showing you the path. Just write IIT colleges and their rankings, locations, everything you will find. तो आज की डेट में सानू टाइम इतने लगाना है अगर कैरियर बिल्डअप कर रहे हैं, सो दैट वी नो ये 6 कैटेगरीज हैं, मैनू 4 कैटेगरीज हैं, 6 कैटेगरीज हैं, मैं इन्हों ही जाके ढूंढना है। सो दिस इन्फॉर्मेशन विल बी शेयर्ड विद यू कि 6 डिफरेंट एग्जाम होंगे हैं। फर्दर तुसी हुण अजे तो ये नहीं पता होंगे एग्जाम केड़े केड़े होंगे हैं या की होंदा है, तो एटलीस्ट नाउ यू नो कि केड़े केड़े एग्जाम्स हैं, एंड देन रेस्ट ऑफ द इंफॉर्मेशन यू कैन फाइंड फ्रॉम द इंटरनेट। नाउ वी टॉक ऑफ द PCB, वेरी सिमिलर इंफॉर्मेशन, फिजिक्स, केमिस्ट्री, बायोलॉजी। मेडिकल जो फील्ड्स हैं उदे एक है मेडिसिन एंड सर्जरी, एक आयुर्वेद है,
यूनानी है, होम्योपैथी है, एग्रीकल्चर एंड अलाइड साइंसेज है, पैरामेडिकल, नर्सिंग, रिहैबिलिटेशन साइंसेज है। ये जो 6 टिपिकली ਵੱਡੇ फील्ड है इन्हों के, ये सब मैडिकल के अंदर ही आते हैं। तो डिपेंडिंग अपॉन तुसी 12th तो बाद किसी डॉक्टरी वाल नहीं एडमिशन मिल रहा, या ਤੁਹਾਡਾ 10th तो बाद भी कई जगह है जिथे ਤੁਹਾਨੂੰ ਨਾਲ ਦੇ ਨਾਲ कुछ ना कुछ ट्रेनिंग्स मिल सकती हैं। तो बेसिकली ਉਹਦੀ क्वालिफाइंग रिक्वायरमेंट कितने मार्क्स आने चाहिए, कितने इंस्टीट्यूट है। आई थिंक लेट अस टॉक ए लिटिल बिट मोर इन डिटेल। ਤੇ जो क्वालिफिकेशन मेडिसिन एंड सर्जरी ਵਿੱਚ ਇੱਕ ਤੇ MBBS है, दूसरा BDS है, दैट इज बैचलर ऑफ डेंटल सर्जरी। उस तो इलावा ਜਿਹੜੇ ਨੇ ਨਾ ਉਹ BAMS, BSMS, they are all related to whether it's Ayurveda, it's Siddha medicine, naturopathy and yogic sciences, homeopathic, Unani। तो ये बेसिकली सानू फर्दर सॉरी ये सारी डिफरेंट टाइप दियां मेडिकल फील्ड्स हैं। एंड यू बिलीव मी that there are homeopathic doctors who are earning much more than allopathic doctors, because they had the bent of mind, they had the inclination, they had the interest, and basically they struggled hard to learn certain things related to homeopathy। Similarly आज ऐसे नेचुरोपैथ हैं जिन्होंने ਤੁਸੀਂ विजिट करो तो ਤੁਹਾਨੂੰ 3000 4000 रुपया 2 या 3 विजिट ਦੇ ਦੇਣੇ ਪੈਂਦੇ हैं। So as far as earning potential is concerned, in every stream of medical field there is earning potential। इवन योगा ਦੇ ਨੇ ਯੋਗਿਕ ਸੈਂਟਰਸ ਨੇ ਜਿਹੜੇ ਲੋਕ ਯੋਗਾ ਸਿਖਾ ਰਹੇ हैं, they are earning pretty good amount and basically yogic exercises ਨਾਲ ਲੋਕਾਂ ਨੂੰ ਠੀਕ ਕਰ ਰਹੇ हैं। so it's all basically ਤੁਹਾਡਾ ਅਗਰ ਜ਼ਿਆਦਾ ਇੰਟਰਸਟ ਹੀ ਐਕਸਰਸਾਈਜ਼ ਵਗੈਰਾ ਵਾਲਾ ਜਾਂ ਕੁਝ, you can go for yogic sciences also। फार्मास्यूटिकल ਦੇ ਵਿੱਚ जो 3 ਮੇਨ ਡਿਗਰੀਆਂ, ਇੱਕ ਫਾਰਮ ਡੀ ਹੈ, ਬੀ ਫਾਰਮਾ ਐਂਡ ਬੀ ਫਾਰਮ, ਬੈਚਲਰ ਆਫ ਫਾਰਮੇਸੀ ਐਂਡ ਬੈਚਲਰ ਆਫ ਫਾਰਮੇਸੀ ਆਯੁਰਵੈਦਿਕ। ਇਹ ਤੇ ਸਾਡੀ ਐਲੋਪੈਥਿਕ ਦੀ ਹੋ ਗਈ। ਬਾਕੀ ਫਾਰਮੇਸੀ ਨਾਲ ਰਿਲੇਟਡ 3 ਡਿਗਰੀਜ਼ ਹੋਰ ਹੈ। ਇਹਦੇ ਜਾਣ ਤੋਂ ਬਾਅਦ ਤੁਸੀਂ ਮੈਡੀਸਿਨਸ ਵਗੈਰਾ ਨਾਲ ਰਿਲੇਟਡ ਜੋ ਪੂਰੀ ਨੌਲੇਜ ਹੈ, ਉਸ ਤੋਂ ਬਾਅਦ ਤੁਸੀਂ ਫਾਰਮੇਸੀ ਇਵਨ ਮੈਡੀਸਨ ਅਪਰੂਵ ਹੋਣਾ, ਸਭ ਕੁਝ ਬਹੁਤ ਲੰਬਾ ਚੌੜਾ ਫੀਲਡ ਹੈ। ਹੁਣ ਅਸੀਂ ਮੈਡੀਕਲ ਸਾਇੰਸਿਸ ਦੇ ਵਿਚਕਾਰ ਫਰਦਰ ਕੁਆਲੀਫਿਕੇਸ਼ਨ ਵਿੱਚ ਨਰਸਿੰਗ ਹੈ, trauma care management है, agriculture है, sericulture है। So there are still more fields where you can say that ਅਸੀਂ ਮੈਡੀਕਲ ਫੀਲਡ ਦੇ ਵਿਚਕਾਰ ਇੱਕ ਐਸੀ ਫੀਲਡ 'ਚ ਜਾ ਰਹੇ ਹਾਂ ਜੋ ਬਹੁਤ ਕਾਮਨ ਨਹੀਂ ਹੈ, ਬਟ ਉਹਦੀ ਡਿਮਾਂਡ ਬਹੁਤ ਜ਼ਿਆਦਾ। ਸੋ ਯੂ ਹੈਵ ਟੂ ਬੇਸਿਕਲੀ ਚੈੱਕ ਆਲਸੋ ਦਾ ਡਿਮਾਂਡ ਫਰੋਮ ਇੰਟਰਨੈਟ। ਸਿਮਿਲਰਲੀ ਅਲਾਈਡ ਕੋਰਸਿਸ ਐਂਡ ਥੈਰੇਪਿਸਟਸ हैं। ਤੁਸੀਂ आई थिंक फिजियोथेरेपी सब ने सुनिया होगा, बट विच इज रिटन हियर एज BPT, बैचलर ऑफ फिजियोथेरेपी। बट देन देर आर अदर टाइप्स ऑफ थेरेपीज ऑल्सो। बैचलर ऑफ ऑप्टोमीट्री, तुसी जे ऑप्टिकल दी शॉप है तो तुहानू ऑप्टोमीट्री आंदी, तुसी टेस्ट कर सकते हो ऑप्टिकल टेस्ट। और ऑप्टिकल टेस्ट भी आजकल बेसिकली बड़ी सोफिस्टिकेटेड मशीन्स आ गई, तो दे ऑल्सो लर्न फ्रॉम टाइम टू टाइम दैन डिफरेंट मैथड्स, तो गाइड भी करते हैं किस तरह करना है। इस तरह ऑक्यूपेशनल थेरेपीज हैं, जिवें स्पोर्ट्स में कोई चला गया, स्पोर्ट्स इंजरीज ने, तो उन्होंने थेरेपी अलग टाइप की है। तो जो स्पोर्ट्स के फील्ड में बहुत सारे डॉक्टर लगे ने जो सिर्फ स्पोर्ट्समैन नाल ही डील करते हैं। इस तरह ऑडियोग्राफी, स्पीच थेरेपी है, होर बड़े टाइप की और कईयां नू प्रॉब्लम्स हैं। सो यू कैन गो थ्रू द लिस्ट। रिहैबिलिटेशन इज दैट समथिंग हैज हैपेंड इन लाइफ की बॉडी का एक मान लो कोई पार्ट है वो इनवैलिड हो गया, तो उसके बिना किस तरह चलानी है, उन्होंने रिहैबिलिटेट करना। ਤੁਸੀਂ ਸੁਣੇ ਹੋਣਾ ਜਿਹੜੇ ਆਰਟੀਫੀਸ਼ੀਅਲ ਆਰਗਨਸ ਲਗਾਉਂਦੇ ਆ, कृत्रिम अंग हो गए। तो इस तरह के बहुत सारे फील्ड हैं जिन्हों के विचकार स्कोप है। कदों स्टार्ट करते हो, कितों तुसी नॉलेज गेन करोगे, किहड़े कॉलेजेस ज्वाइन करोगे, ऑल दिस इंफॉर्मेशन बेसिकली इज अवेलेबल। हुण डॉक्टर्स हैं तो उन्होंने लिस्ट बड़ी लंबी है, एनेस्थीसिस्ट, कार्डियोलॉजिस्ट, डेंटिस्ट, ये तुसी सब सुने हुए हैं। वी नो अराउंड और हाउस कितने ना कितने कोई डॉक्टर होएगा, जो फिजिशियन होएगा या पैथोलॉजिस्ट होएगा, और लैब खोली होएगी उन्हें। तो इस टाइप के बड़े सारे डॉक्टर के अंदर इहदे अगे सब फील्ड भी हैं, मतलब फर्दर स्पैशलाइजेशन भी है। अगर रेडियोलॉजिस्ट है तो रेडियोलॉजिस्ट कितने शायद सिर्फ वो एक्सरे विच ही है, या जिहड़ियां फर्दर फील्ड्स हैं लाइक जिहड़े भी मतलब तुहाडे अल्ट्रासाउंड वगैरह हैं, तो उस टाइप के भी इन्हां दे फर्दर स्पैशलाइजेशन भी हैं। तो दीज आर मेन फील्ड्स, उसके अगे फर्दर सब फील्ड्स हैं, स्टडीज़ हैं। ये 28-30 साल तक तो इन्हों की स्टडीज चलती हैं डॉक्टर्स दी।
ਹੁਣ ਜੋ ਕਾਲਜਿਸ ਦੀ ਗੱਲ ਕਰੀਏ ਤੇ देयर आर 5 डिफरेंट कैटेगरीज। एक ਤੇ ਨੈਸ਼ਨਲ ਲੈਵਲ ਮੈਡੀਕਲ ਕਾਲਜ, ਉਹ 25 ਨੇ इंक्लूडिंग एम्स वगैरह। देयर आर नेशनल लेवल डेंटल कॉलेजेस, वो 12 ने। दैन स्टेट लेवल मैडिकल कॉलेजेस हैं, वो हर स्टेट के अलग है, इस करके नंबर इतने नहीं लिखे। वो स्टेट वाइज उन्होंने कुछ कोटा भी है, स्टेट वाइज उन्होंने प्रेफरेंस है एडमिशन की। तो किसी कॉलेज के किसी स्टेट के 6 कॉलेज होंगे, किसी 4 होंगे, किसी 8 होंगे, स्टेट के साइज अलग अलग है। इसी तरह स्टेट लेवल डेंटल कॉलेजेस हैं। इस तो इलावा प्राइवेट होर भी कई कॉलेजेस हैं जिन्हों की अच्छी रेपुटेशन है, और दे आर कंपीटिंग विद द गवर्नमेंट कॉलेजेस ऑल्सो। सो ये ਤੁਹਾਡੇ ਕੋਲ ਇੱਕ 5 ਡਿਫਰੈਂਟ ਕੈਟਾਗਰੀਜ਼ ਆ ਗਈ। ਸੋ ਯੂ ਕੈਨ ਸਿਲੈਕਟ ਕਿ ਮੈਨੂੰ ਨੈਸ਼ਨਲ ਲੈਵਲ ਤੇ ਦੋਨੋਂ ਸੂਟ ਕਰਦੇ ਆ, ਸਟੇਟ ਲੈਵਲ ਤੇ ਦਿੱਲੀ ਸਟੇਟ ਤੇ ਹੀ ਦੇਖ ਸਕਦੇ ਆ, तो दिल्ली स्टेट के केड़े केड़े हैं फिर वो देख सकते हो। तो यू कैन गेट लॉट ऑफ इंफॉर्मेशन अबाउट देम। इधर जो एंट्रेंस एग्जाम है और टिपिकल है नीट, एम्स का एक अपना है, और जिपमर एक थर्ड टाइप का है। तीन टाइप के एग्जाम्स है जिसके बारे तुहानू फुल डिटेल जिस तरह पहले इंजीनियरिंग में भी दसिया सी की कोर्सेज ऑफर्ड हैं, लोकेशन की है, कॉन्टैक्ट एडमिशन प्रोसेस, सब कुछ डिटेल्स तुहानू ईजिली इंटरनेट से आज की डेट में अवेलेबल है। यू डोंट नीड एनीबडीज गाइडेंस, बट यू नीड द काइंड ऑफ गाइडेंस की मान लो रैंकिंग भी आई है, अगर किसी होर डॉक्टर नाल जाके गल करोगे तो दसेगा कि इस पर्टिकुलर स्ट्रीम च की रैंकिंग है। कॉलेज की रैंकिंग नंबर 1 कॉलेज है, पर एनेस्थीसिया वास्ते बेस्ट कॉलेज नहीं है। तो बेसिकली उस लेवल की रैंकिंग ये समझना तुहानू होर डीप स्टडी करनी पेगी। तो ये बेसिकली टाइम है जिन्होंने कैरियर बनाना है, वट एवर बेसिकली कैरियर स्ट्रीम यू सेलेक्ट, एक्वायर लॉट ऑफ नॉलेज, ट्राई टू अंडरस्टैंड कि कुछ है इधर पीछे और कितनी कुछ सानू मेहनत करके अपना बेस्ट कैरियर सेलेक्ट करना है। So with this I will say just one quote and try to close it. Our greatest weakness lies in giving up. The most certain way to succeed is always to try just one more time. ਜੇ ਅਜੇ ਤੱਕ ਤੁਸੀਂ ਜ਼ਿੰਦਗੀ ਦੇ ਵਿੱਚ ਮੰਨ ਲਓ ਸਟੱਡੀਜ਼ ਵਿੱਚ ਅੱਛਾ ਨਹੀਂ ਕੀਤਾ, ਸਮਥਿੰਗ ਪ੍ਰੋਬਬਲੀ ਯੂ ਇਗਨੋਰਡ, ਹੁਣ ਮਾਰਕਸ ਵੀ ਮੰਨ ਲਓ ਅੱਛੇ ਨਹੀਂ ਹੈ, still there are many streams you can go ahead with. You can build up your career in those streams. Talk to the people. हर स्ट्रीम के विचकार मार्क्स वाला फंडा बहुत ज़्यादा नहीं चलता। एक बार एंट्री मिल जाए then basically you can build up your own career by being serious about your career. हो सकता ਤੁਹਾਡੇ ਚ ਕੁਝ ਬਹੁਤ ਸਟੂਡੀਅਸ ਹੋਣ, ਕੁਝ ਮੀਡੀਓਕਰ ਹੋਣ, ਕੁਝ ਅਜੇ ਲੋ ਲੈਵਲ ਤੇ ਉਹਨਾਂ ਨੇ ਐਕਵਾਇਰ ਕੀਤਾ ਹੋਏ, ਬਟ ਡੋਂਟ ਡਿਸਹਾਰਟਨ ਯੂਰਸੈਲਫ। ਸਭ ਦੇ ਲਈ ਕੈਰੀਅਰ ਖੁੱਲੇ ਆ। ਅਗਰ ਤੁਸੀਂ ਅੱਜ ਸੀਰੀਅਸ ਹੋ ਗਏ ਤੇ ਤੁਹਾਡੇ ਲਈ ਬਿਲਕੁਲ ਉਸੇ ਲੈਵਲ ਤੇ ਪਹੁੰਚ ਜਾਓਗੇ ਜਿਹਦੇ ਵਿੱਚ ਕਹਾ ਕਿ ਟੌਪਰ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ। ਸੋ ਆਲ ਸਟਰੀਮਸ ਆਰ ਓਪਨ ਫॉर एवरीबॉडी। ਹੁਣ ਤੁਸੀਂ ਹੋ ਸਕਦਾ ਕੱਲ ਕਹੋ ਕਿ ਮੈਨੂੰ ਛੋਟੇ ਕਾਲਜ 'ਚ ਐਡਮਿਸ਼ਨ ਮਿਲਿਆ, ਬਟ ਜਿਸ ਟਾਈਮ ਤੁਸੀਂ ਆਪਣਾ ਕੈਰੀਅਰ ਸਟਾਰਟ ਕਰੋਗੇ you can outbeat other people. You have been learning continuously and you have been building up your career seriously. So these are the things which I wanted to share with you. Like, what important thing is your API orientation, that is aptitude, personality and interest. ਤੁਸੀਂ ਉਹ check ਕਰੋ whether it is more inclined towards science, towards commerce or towards humanities, or if you have selected already, then what are the choices available, what are the different qualifications you acquire, whether you are interested in going for further studies, whether you can in fact ऐसे students भी हैं कि जो फर्दर स्टडीज़ ਲਈ ਬਾਹਰ ਜਾਂਦੇ ਆ, ਉਹਨਾਂ ਨੂੰ 70-80% तक स्कॉलरशिप भी मिल जाता है। तो बेसिकली ऐसा नहीं है कि बहुत ज़्यादा पैसे की लोड़ पैंदी है। कुछ ऐसियां जड़ियाँ आई कैन टेल यू इन अमेरिका ऑल्सो देयर इज ए फोरम हु हेल्प्स इंडियन स्टूडेंट्स हु आर कमिंग देयर फॉर स्टडीज। वो कहते 50-60% अगर तुहानू स्कॉलरशिप मिल जाए, अगर तुहाडे कोल बाकी नहीं है सानू वो भी देने नू तैयार है। सो देयर आर मैनी सच बेसिकली ग्रुप्स हु आर वेरी सपोर्टिव। हायर एजुकेशन जिन्होंने एक्वायर की है वो हायर एजुकेशन की वैल्यू नू समझते हैं और हायर एजुकेशन ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰਾ ਪੈਸਾ ਵੀ ਉਹ ਲਗਾ ਰਹੇ ਨੇ, which we may not be aware of, but as we start exploring, as we basically try to find out how can I finally achieve my targets, it is very much possible. ਤੇ ਇਸ ਕਰਕੇ with this basically I am closing down and
I will say this is the time we should take questions. मैं शायद time बहुत exceed कर गया, but ਕੀ ਹੁੰਦਾ ਕਿ ਅਸੀਂ ਅਗਰ ਸਿਰਫ ਸਾਇੰਸ ਸਟਰੀਮ ਦੀ ਗੱਲ ਕਰੀਏ, I find that this is an incomplete discussion. But unless we talk that where does it fit into life, what all I need to do to take control of my life, what new habits I need to develop, what is the value system I have, unless these things are talked about, career ਤੇ ਵੈਸੇ ਹੀ ruin ਹੋ ਜਾਏਗਾ। कैरियर ਤੇ मतलब बन ਤੇ ਜਾਏਗਾ ਕੁਛ ਨਾ ਕੁਛ, but ਤੁਸੀਂ ਇਹ ਕਹੋ ਕਿ person has really achieved what person wanted to achieve, वो शायद होएगा नहीं। So with this, I am basically, I will stop sharing it and I will request a few questions to be asked. I think I will be helped by the team who is actually looking at the chat. I was not looking at chat, so they will definitely help me and ਸਾਡੇ ਕੋਲ ਕਈ ਸਾਰੇ ਸਵਾਲ ਆਏ ਨੇ। हाँ जी, ਮੈਂ ਵਾਰੀ-ਵਾਰੀ ਸਵਾਲ ਦੱਸਦਾ ਜਾਵਾਂਗਾ, ਆਪ ਜੀ ਜਵਾਬ ਦਿੰਦੇ ਜਾਓ। अगर पहला क्वेश्चन है कि एक बीएससी मेडिकल स्टूडेंट है, हाँ जी, कैन आई गो फॉर सिविल सर्विसेज? yes. Next question. एनी कॉलेज इन दिल्ली फॉर बीटेक विदाउट आईआईटी मेंस एग्जाम? Without IIT mains exam, हाँ Delhi जी। College of Engineering. In fact, इस टाइप की लिस्ट में I will not restrict myself because इतनी ज़्यादा colleges बढ़ गए which करते गए that we may not be keeping track in our professional life. We never felt the need of it. But कुछ पुराने ना सानू पता नहीं आज भी चल रहे हैं। IP University of Delhi College of if I can, I would like to make a correction. मैं आप दिल्ली कॉलेज ऑफ इंजीनियरिंग तो पास आउट ਕੀਤਾ ਤੇ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਦਾ ਆਪਣਾ ਇੱਕ ਐਗਜ਼ਾਮ ਹੁੰਦਾ ਸੀ ਪਹਿਲੇ, ਸੀਈਟੀ ਕਾਮਨ ਐਂਟਰੈਂਸ ਟੈਸਟ। ਲੇਕਿਨ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਇੱਕ ਯੂਨੀਵਰਸਿਟੀ ਚ ਅਪਗ੍ਰੇਡ ਹੋ ਗਿਆ, ਹੁਣ ਉਹਦਾ ਨਾਮ ਹੋ ਗਿਆ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ। ਉਹਦੀ ਵਜ੍ਹਾ ਨਾਲ ਉਹਨਾਂ ਨੇ AIEEE ਦੇ ਥਰੂ ਐਗਜ਼ਾਮ ਐਡਮਿਸ਼ਨ ਦੇਣੇ ਸਟਾਰਟ ਕੀਤੇ ਸੀ, ਜੋ AIEEE ਹੁਣ IIT ਮੇਨਸ ਹੋ ਗਿਆ। ਤੇ ਉਹ ਵੀ ਹੁਣ IIT ਮੇਨਸ ਦੇ ਥਰੂ ਹੀ ਐਗਜ਼ਾਮ ਹੁੰਦਾ ਉਹਦੇ ਵਿੱਚ। In fact, this kind of knowledge is very dynamic also, क्योंकि बहुत सारे colleges ਦੇ affiliation change ਹੁੰਦੀਆਂ ਰਹਿੰਦੀਆਂ, universities convert ਹੋ ਜਾਂਦੀਆਂ, examination ਦੇ methods change ਹੋ ਜਾਂਦੇ ਆ। But what we have tried to tell you is that write down about a particular college, you will come to know everything from internet. So try to ask those questions where you feel that this kind of information is generally not available on internet. ਬੇਸਿਕਲੀ ਇਹਦੇ ਤੇ ਬੱਚਿਆਂ ਨੂੰ ਇਹ ਐਡਵਾਈਸ ਰਹੇਗੀ ਕਿ ਤੁਸੀਂ ਕਾਲਜ ਦੀ ਵੈਬਸਾਈਟ ਤੇ ਜਾ ਕੇ ਵੀ ਪਤਾ ਕਰ ਸਕਦੇ ਹੋ ਕਿ ਉਹਨਾਂ ਦਾ ਐਡਮਿਸ਼ਨ ਪ੍ਰੋਸੈਸ ਕੀ ਹੈ, ਕਿਹੜੇ ਐਗਜ਼ਾਮ ਨੂੰ ਉਹ ਪ੍ਰੈਫਰ ਕਰ ਰਹੇ ਨੇ ਜਾਂ ਨਹੀਂ ਕਰ ਰਹੇ। That's right. ਨੈਕਸਟ ਕੁਐਸਚਨ ਸਾਡੇ ਕੋਲ ਇਹ ਹੈ ਕਿ ਹਾਊ ਟੂ ਬਿਕਮ ਐਨ ਐਸਟਰੋਨੌਟ? Astronaut. ਹਾਂਜੀ। I think astronauts ਦੇ ਵਿਚਕਾਰ ਜੋ ਤੁਹਾਡੀ ਹੈ ਨਾ space engineering है, but space is not related ਜਿਹੜੀ engineering है वो शायद direct branch नहीं है, that is a specialization branch as a MS. So even if you have done any kind of engineering, you probably still have an opportunity to go into the space engineering. Further details can be again checked on internet, and I will try to help you. I can add to this. There is an exam called ISAT by ISRO. Okay. ਉਹ ਐਗਜ਼ਾਮ ISAT ਲਿਆ ਜਾਂਦਾ ਹੈ, ਜਿਹਦੇ ਥਰੂ ਤੁਸੀਂ ISRO ਵਾਸਤੇ ਜੋ ਸਪੇਸ ਇੰਜੀਨੀਅਰਿੰਗ ਦੇ ਆਪਸ਼ਨਸ ਹੈ ਉਹਦੇ ਵਿੱਚ ਕੇਰਲਾ ਵਿੱਚ ਇੱਕ ਇੰਸਟੀਚਿਊਟ ਹੈ, ਉੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ। So there is one institute only which is offering this. ਜੀ। Okay. एक और क्वेश्चन है, एनी डिप्लोमा कोर्स आफ्टर 12th स्टैंडर्ड? All engineering diplomas are open for after 12th also. Diploma in mechanical, civil. In fact, diploma ਦੇ colleges ਦੇ ਬਾਰੇ ਅਸੀਂ ਇੱਥੇ ਲਿਖਿਆ ਨਹੀਂ ਹੈ, because we thought that mostly after doing 10+2, people may like to go for the full-fledged engineering degree. But I know that इसे पूसा वगैरह है, जिਵੇਂ दिल्ली पूसा पॉलिटेक्निक है, और they take 10+2 students to ਲੈਂਦੇ ਆ। ਹਾਂਜੀ। ਇਸ ਤੋਂ ਪਹਿਲੇ ਮੈਂ ਅਗਲਾ ਸਵਾਲ ਪੁੱਛਾਂ, ਵੀਰ ਹਰਪ੍ਰੀਤ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਨੇ। ਹਾਂਜੀ ਵੀਰ ਜੀ। Sure ਜੀ।
आप जी चरणप्रीत जी क्वेश्चन कंप्लीट करो, उस तो बाद में करना है। ठीक है ਵੀਰ ਜੀ। ਵੀਰ ਜੀ ਇੱਕ ਸਵਾਲ ਆਇਆ ਸਾਡੇ ਕੋਲ ਕਿ ਕਿਸੇ ਨੇ ਬੈਚਲਰ ਆਫ ਮੈਡੀਸਿਨ ਪਾਸ ਕੀਤਾ ਹੈ ਚਾਈਨਾ ਤੋਂ, ਲੇਕਿਨ ਉਹ ਇੰਡੀਆ ਵਿੱਚ ਐਮਸੀਆਈ ਦਾ ਐਗਜ਼ਾਮ ਕਲੀਅਰ ਨਹੀਂ ਕਰ ਪਾ ਰਹੇ ਨੇ, ਤੇ ਇਜ਼ देयर एनी करियर ऑप्शन लेफ्ट फॉर हिम इन इंडिया? We have to talk to a doctor only. मैं basically engineering profession जो है, as I told you, कि we can only introduce and tell you that who will give you the best answer. Uh, I think if you put this question directly into Quora IS, Quora, you may even get the answer there. But there may be some supplementary exams जो मैं generally मैंने पता है कि when you pass out from one particular college and its or institute and it's not recognized in other country, then या ते वो completely दोबारा करना पैंदा या कुछ supplementary exams देने पैंदे. So what exactly will be done in this case, because career ਨੂੰ block नहीं करता, कोई भी country किसी के career ਨੂੰ block नहीं करता. So they give opportunities, but the opportunities के लिए की करना पड़ेगा और थोड़ा एक्सप्लोर करना पड़ेगा. अगला सवाल है ਸਾਡੇ ਕੋਲ, आई एम अ स्टूडेंट ऑफ मैकेनिकल इंजीनियरिंग and I want to pursue automobile designing after graduation, but in India there are less opportunities for automobile designing and I cannot spend much for studying in foreign university. What should I do? Should I take a loan or opt for a different career? वैसे सबसे पहले जो चीज समझनी है कि if you are keeping your eyes and ears open, automobile industry is undergoing a very big revolutionary change. Whatever automobile today we basically जो ਅਸੀਂ इंडिया देख चुके हैं या जो साडा automobile ਨਾਲ जितना भी experience है, on आने वाले time ਦੇ ਵਿੱਚ we will see very different type of cars with very few components. They will be of course aerodynamically designed. And basically Tesla ਦੇ जितने experiments हैं या जो हम Google भी कर रहे हैं, they are very successful. And with that new technology, with all artificial intelligence, जो typical mechanical design वाला part थी, that is shrinking now. Its scope might reduce in my opinion, but I will not discourage you. It may be worth exploring. मैं तो एक broader चीज दस रहा कि आने वाली ये कारां जिहड़ी अगले 5-10 साल ਦੇ ਵਿੱਚ है, they will not be what we see as a car today. Of course, ਤੁਸੀਂ ਬੈਠੇ ਵੀ ਹੋਗੇ, ਸਟੀਅਰਿੰਗ ਵੀ ਹੋਏਗਾ, ਹੋ ਸਕਦਾ ਬਾਕੀ ਸਭ ਚੀਜ਼ਾਂ ਹੋਣ, ਬਟ ਜੋ ਟਿਪੀਕਲ ਕਾਰ ਦੀ ਕੰਪੋਨੈਂਟ ਡਿਜ਼ਾਈਨ ਹੁੰਦੇ ਸੀ ਲਾਈਕ ਇੰਜਨ ਨਾਲ ਰਿਲੇਟਡ ਔਰ ਉਹਦੇ ਨਾਲ ਜੋ ਕੰਪਲੈਕਸਿਟੀ ਸੀ, ਉਹ all that is going to be eliminated very soon. अच्छा, next question है, what is the scope in blockchain technology? Can you recommend someone's name? क्योंकि किसी ਨੂੰ guidance ਚਾਹੀਦੀ ਹੈ ਤੇ ਕਿੱਥੇ ਉਹ guidance ਜਾਂ ਕਿਹਦੇ ਨਾਲ ਗੱਲ ਕਰ ਸਕਦੇ? Commerce ਦਾ session tomorrow we have commerce session. ਉਹਦੇ ਵਿੱਚ ਇੱਕ question ਜ਼ਰੂਰ ਪੁੱਛਿਆ ਜਾ ਸਕਦਾ, because whatever I know ऐसा नहीं पता, but I will not be the right person to guide or give the answer. जी, अगला सवाल है ਸਾਡੇ ਕੋਲ, I am an IAS aspirant. I want to do BA, but what subject should I take in BA, like history, geography, economics, or something? Basically, the subject of your interest is the best answer. ਜੇ ਤੁਹਾਨੂੰ ਹਿਸਟਰੀ ਵਿੱਚ ਇੰਟਰਸਟ ਹੈ ਤੇ ਲਓ, ਇਹ ਨਹੀਂ ਹੋਏ ਕਿ ਹਿਸਟਰੀ 'ਚ ਤੁਹਾਨੂੰ ਇੰਟਰਸਟ ਨਹੀਂ ਹੈ, ਤੁਸੀਂ ਹਿਸਟਰੀ ਲੈ ਲਿਆ ਔਰ ਤੁਹਾਨੂੰ ਹੁਣ ਸਟੱਡੀਜ਼ ਵਿੱਚ ਮੁਸ਼ਕਿਲ ਆ ਰਹੀ ਹੈ। ਔਰ ਬੇਸਿਕਲੀ ਅਗਰ ਤੁਸੀਂ ਆਪਣਾ ਸਬਜੈਕਟ ਆਫ ਇੰਟਰਸਟ ਲਿਆ ਤੇ ਫਿਰ IAS ਕਲੀਅਰ ਕਰਨਾ ਰਿਲੇਟਿਵਲੀ ਈਜ਼ੀ ਹੋ ਜਾਏਗਾ। ਸੋ देयर इज वन मेन सब्जेक्ट इन विच थॉरली यू हैव टू स्टडी। सो बेटर है कि वही वाले सब्जेक्ट लो ਜਿਹੜੇ ਤੁਹਾਨੂੰ ਈਜ਼ੀ ਲੱਗਦੇ ਆ ਔਰ ਤੁਹਾਨੂੰ ਈਜ਼ੀ ਲੱਗਦਾ ਕਿ IAS ਦੇ ਵਿੱਚ ਹੈਲਪ ਕਰਨਗੇ। ਵੈਸੇ even engineering students basically take history for IAS examination. वो उस टाइम हिस्ट्री पढ़ के ही पास करके जाते हैं क्योंकि इंजीनियरिंग वाला बहुत टफ होता है IAS, so they also switch to other subjects. जी, ਜੋ IAS ਐਸਪੀਰੈਂਟ ਨੇ ਉਹਨਾਂ ਨੂੰ ਇੱਕ ਐਡੀਸ਼ਨ ਮੈਂ ਇੱਕ ਕੁਐਸਚਨ ਹੋਰ ਹੁੰਦਾ ਉਹਨਾਂ ਕੋਲ ਕਿ ਤੁਸੀਂ ਕਿਹਾ ਜਿਵੇਂ ਕਿ ਆਪਣੇ ਪਸੰਦ ਦਾ ਸਬਜੈਕਟ ਚੂਜ਼ ਕਰਨਾ ਹੈ। ਕਈ ਵਾਰ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਕਿਹੜਾ ਸਬਜੈਕਟ ਐਕਚੁਅਲੀ ਪਸੰਦ ਹੈ,
ਸਾਰੇ ਸਬਜੈਕਟ ਉਹਨਾਂ ਨੂੰ ਸੇਮ ਲੱਗਦੇ ਨੇ ਜਾਂ ਡਿਫਿਕਲਟੀ ਲੈਵਲ ਅਲੱਗ-ਅਲੱਗ ਹੁੰਦਾ ਹੈ, ਉਹ ਕਿਸ ਤਰ੍ਹਾਂ ਮਤਲਬ ਡਿਸਾਈਡ ਕਰੇ ਬੱਚੇ? ਨਹੀਂ, ਆਈ ਥਿੰਕ ਇੰਟਰਸਟ ਬੱਚੇ ਨੂੰ ਜ਼ਰੂਰ ਪਤਾ ਹੁੰਦਾ ਹੈ। ਕਈ ਵਾਰ ਉਹਦੇ ਮਾਰਕਸ ਅੱਛੇ ਨਾ ਆਉਣ ਨਾਲ ਲੱਗਦਾ ਕਿ ਸ਼ਾਇਦ ਮੇਰੇ ਕਿਉਂ ਨਹੀਂ ਅੱਛੇ ਆ ਰਹੇ, ਬਟ ਮਤਲਬ ਟਿਪੀਕਲੀ ਜਿਹਨੂੰ ਜ਼ਿਆਦਾ ਪੜ੍ਹਨ ਤੇ ਮਨ ਕਰਦਾ, ਜਿਹੜਾ ਸਬਜੈਕਟ ਕੰਪੇਅਰ ਕਰੋ 3 ਸਬਜੈਕਟ ਮੇਰੇ ਸਾਹਮਣੇ, ਤੇ ਬਾਈ ਚਾਂਸ ਨੈਚੁਰਲੀ ਮੇਰਾ ਹੱਥ ਇਸ ਬੁੱਕ ਤੇ ਜਾਏਗਾ, ਕਹਿਣਗੇ ਅੱਜ ਘੰਟਾ ਬੈਠ ਕੇ ਪੜ੍ਹ ਲੈ, ਤੇ ਮੈਂ ਜਿਹਨੂੰ ਪ੍ਰੈਫਰ ਕਰਾਂਗਾ ਉਹੀ ਮੇਰਾ ਸਬਜੈਕਟ ਆਫ ਇੰਟਰਸਟ ਕਹਿ ਸਕਦੇ ਹਾਂ। ਸੋ ਜਦੋਂ ਬੱਚੇ ਨੂੰ ਪਤਾ ਹੋਣਾ ਚਾਹੀਦਾ, ਆਈ ਥਿੰਕ ਦੂਸਰੇ ਲਈ ਤੇ ਹੋਰ ਵੀ ਜ਼ਿਆਦਾ ਡਿਫਿਕਲਟ ਹੈ ਦੱਸਣਾ। ਜਿਸਨੇ ਵੀ ਇਹ ਸਵਾਲ ਪੁੱਛਿਆ ਉਹਨਾਂ ਨੂੰ ਮੇਰੀ ਇੱਕ ਸੁਜੈਸ਼ਨ ਹੈ, ਜੇ ਤੁਹਾਨੂੰ ਡਿਫਿਕਲਟੀ ਹੈ ਸਬਜੈਕਟ ਚੂਜ਼ ਕਰਨੇ, ਤੇ ਤੁਸੀਂ ਇੱਕ ਹਫਤਾ 10 ਦਿਨ ਹਰ ਸਬਜੈਕਟ ਦੀ ਕੁਝ ਬੇਸਿਕ ਕਿਤਾਬਾਂ ਚੁੱਕ ਕੇ ਪੜ੍ਹ ਸਕਦੇ ਹੋ, ਟਰਾਈ ਕਰ ਸਕਦੇ ਹੋ, ਜੋ ਤੁਹਾਨੂੰ ਬੈਟਰ ਲੱਗੇ ਉਹ ਤੁਸੀਂ ਚੂਜ਼ ਕਰ ਸਕਦੇ ਹੋ। ਇੱਕ ਸਾਡੇ ਕੋਲ ਨਵਾਂ ਕੁਐਸਚਨ ਆਇਆ ਹੈ, would you suggest any strategy to start preparing for JEE mains from class 11th? देखो 11th 12th ਦੇ ਵਿਚਕਾਰ ਤੁਹਾਨੂੰ ਸਕੂਲ ਵੀ ਬਹੁਤ ਬਿਜ਼ੀ ਰੱਖਦੇ ਆ, ਸਡਨਲੀ ਤੁਹਾਡਾ ਸਟੱਡੀਜ਼ ਦਾ ਪ੍ਰੈਸ਼ਰ ਵੀ ਇਨਕਰੀਜ਼ ਹੋ ਚੁੱਕਾ ਹੁੰਦਾ ਹੈ, ਔਰ ਇਹਦੇ ਅੱਗੇ ਤੁਹਾਡੇ ਕੋਲ ਫਿਰ 2 ਆਪਸ਼ਨਸ ਹੁੰਦੀਆਂ, ਵੈਦਰ ਯੂ ਗੋ ਫॉर ਕੋਚਿੰਗ ਔਰ ਯੂ ਡੋਂਟ ਗੋ ਫॉर ਕੋਚਿੰਗ। तो ਤੁਹਾਨੂੰ ਅਗਰ ਇਹ ਕਹਿ ਰਹੇ ਕਿ ਪ੍ਰਿਪੇਅਰ ਕਿਸ ਤਰ੍ਹਾਂ ਕਰਨਾ ਹੈ, ਜੋ JEE ਦਾ ਟਿਪੀਕਲ ਪੈਟਰਨ ਹੈ, ਕੁਐਸਚਨ ਆਨਸਰ ਦਾ ਸਭ ਕੁਝ ਉਹਦਾ slowly they are trying to orient towards CBSE, ਬਟ ਅਜੇ ਤੱਕ ਉਹਨਾਂ ਦਾ ਜੋ ਸੀ ਉਹ ਬੜੇ ਐਨਾਲਿਟੀਕਲ ਟਾਈਪ ਕੁਐਸਚਨਸ ਪਾਉਂਦੇ ਸੀ, ਔਰ ਐਕਸਪਲੋਰੇਸ਼ਨ ਜਿਹਦੇ ਨਾਲ ਕਿ ਬੱਚੇ ਦਾ ਰੀਅਲੀ ਮਾਈਂਡ ਪਤਾ ਲੱਗੇ ਕਿ ਕਿੰਨਾ ਫਰਟਾਈਲ ਮਾਈਂਡ ਹੈ। ਸੋ ਦੇ ਯੂਜ਼ ਟੂ ਟੈਸਟ ਯੂਰ ਡਿਫਰੈਂਟ ਐਬਿਲਿਟੀਜ਼, ਇसी करके कि मार्क्स चाहे बहुत ज़्यादा नहीं होंगे, बट परसेंटाइज किसी बहुत अगे भी निकल जाते हैं, पता लगा 30% मार्क्स वाला बच्चा टॉपर हो जाता है। सो वट यू रियली नीड टू लर्न अबाउट JEE इज दैट जो पुराने स्टूडेंट उसी कोचिंग नहीं ज्वाइन कर रहे, तो ਜਿਹੜੇ ऑलरेडी पास कर चुके हैं, इफ यू कैन टेक द मटीरियल फ्रॉम दैम एंड स्टार्ट स्टडिंग इट, मे बी ਤੁਸੀਂ ਸਿਰਫ 12th ਦੇ ਵਿਚਕਾਰ ਹੀ ਜੁਆਇਨ ਕਰਨਾ ਚਾਹੁੰਦੇ ਹੋ, ਲਾਸਟ ਵਿਚਕਾਰ ਅੱਜਕੱਲ ਕਈ ਸਾਰੇ ਕ੍ਰੈਸ਼ ਕੋਰਸਿਸ ਵੀ ਹੈ, ਕਈ ਤਰ੍ਹਾਂ ਦੇ JEE ਦੇ ਲਈ ਬਾਹਰ ਸਟੱਡੀ ਕੋਚਿੰਗ ਸੈਂਟਰਸ ਵਗੈਰਾ ਖੁੱਲ ਚੁੱਕੇ ਹਨ, तो ਤੁਹਾਨੂੰ ਅਲੱਗ-ਅਲੱਗ ਪੈਕੇजेस ਅਵੇਲੇਬਲ ਹੈ। ਬਟ ਵਟ ਆਈ ਵਿਲ ਸੁਜੈਸਟ ਦੈਟ ਤੁਸੀਂ ਸਭ ਤੋਂ ਪਹਿਲਾਂ ਤੇ ਜਿਹੜੇ ਹੁਣੇ ਬੱਚੇ ਬਾਹਰ ਗਏ ਉਹਨਾਂ ਨਾਲ ਇੱਕ ਡਿਸਕਸ਼ਨ ਸ਼ੁਰੂ ਕਰੋ, ਉਹ ਤੁਹਾਨੂੰ ਬਹੁਤ ਅੱਛਾ ਗਾਈਡ ਕਰਨਗੇ। ਮੈਂ ਇਹ ਅੱਜ ਆਪਣੀ ਇੱਕ ਸਲਾਈਡ ਵਿੱਚ ਵੀ ਦਿਖਾਇਆ ਸੀ that you have to now start exploring, start asking questions from the people who are directly now into that area, और उसदे नाल ਤੁਹਾਨੂੰ ਜ਼ਿਆਦਾ ਬੈਟਰ ਕੋਈ ਨਹੀਂ ਦੱਸ ਸਕੇਗਾ। ਈਵਨ ਕੋਚਿੰਗ ਇੰਸਟੀਟਿਊਟਸ ਕਿਹੜੀਆਂ ਅੱਛੀਆਂ ਕਿਹੜੀਆਂ ਨਹੀਂ ਹੈ, ਕੰਪੈਰੀਜ਼ਨ 2-3 ਅਲੱਗ-ਅਲੱਗ ਗੱਲ ਕਰਕੇ ਪਤਾ ਲੱਗੇਗਾ। ਸੋ ਆਈ ਵਿਲ ਸੁਜੈਸਟ ਦੈਟ ਯੂ ਮਸਟ ਟਾਕ ਟੂ ਸਮ ਆਫ ਦ ਸਟੂਡੈਂਟਸ ਜੋ ਤੁਹਾਡੇ ਸੀਨੀਅਰ ਹੋਣਗੇ, ਉਹਨਾਂ ਨਾਲ ਗੱਲ ਕਰਕੇ ਪਤਾ ਲਗਾਓ, ਉਹ ਤੁਹਾਨੂੰ ਗਾਈਡ ਕਰਨਗੇ ਕਿ ਕਿੰਨਾ ਕਿਹੜਾ ਸਬਜੈਕਟ ਪੜ੍ਹੋ। ਠੀਕ ਹੈ ਵੀਰ ਜੀ, ਲਾਸਟ ਕੁਐਸਚਨ ਹੈ, ਉਸ ਤੋਂ ਬਾਅਦ ਜੇ ਕਿਸੇ ਦਾ ਵੀ ਕੁਝ ਕੁਐਸਚਨ ਹੈ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਵੀ ਪੋਸਟ ਕਰ ਸਕਦੇ ਹੋ, ਬਾਕੀ ਡਿਟੇਲ ਤੁਹਾਨੂੰ ਉੱਥੇ ਮਿਲ ਜਾਣਗੀਆਂ। ਲਾਸਟ ਕੁਐਸਚਨ ਹੈ, ਆਫਟਰ ਕੰਪਲੀਟਿੰਗ ਮਾਈ ਬੈਚਲਰਸ ਡਿਗਰੀ should I start preparing for civil services or first opt for a master's degree as a backup option in academics? देखो अगर तुसी डिटरमिन्ड हो सिविल सर्विसेज ज्वाइन करना and you also have confidence that you will be able to get through, फिर तुसी अगर एक साल पूरा जोर लगा के, चाहे लोग एक अटैम्प्ट 2 अटैम्प्ट जिन्होंने जाना वो जाते ही, तो उस डिटरमिनेशन ਨਾਲ पहले तो कोशिश करो फर्स्ट अटैम्प्ट ਵਿੱਚ ਹੀ निकल जाए। पर अगर तुसी मास्टर्स ਦੇ ਨਾਲ कर रहे हो, then you are only reducing probability to some extent, and at the same time it's important कि ਤੁਹਾਨੂੰ ਇਹ ਜੋ ਡਿਸਕਸ਼ਨ ਹੈ ਇਹਦੇ ਵਿਚਕਾਰ ਤੁਹਾਡੇ ਜੋ ਨੀਅਰ ਐਂਡ ਡੀਅਰ ਵਨਸ ਹੈ ਉਹਨਾਂ ਦੀ ਬਾਇਨ ਵੀ ਚਾਹੀਦੀ ਹੈ। ਬੱਚੇ ਸਿਰਫ ਆਪਣੀ ਜਿੱਦ ਕਰਕੇ ਨਹੀਂ ਚਾਹੁੰਦੇ, ਕਨਵਿੰਸ ਕਰਕੇ, ਪੇਰੈਂਟਸ ਨਾਲ ਗੱਲ ਕਰਕੇ, ਜੋ ਤੁਹਾਨੂੰ ਡੇ ਟੂ ਡੇ ਜਿਨ੍ਹਾਂ ਨਾਲ ਇੰਟਰੈਕਟ ਕਰਨਾ, ਕਿਉਂਕਿ ਉਹਨਾਂ ਦੇ ਮਾਈਂਡ ਦੇ ਇੱਕ ਡਿਫਰੈਂਟ ਟਾਈਪ ਦਾ ਪ੍ਰੈਸ਼ਰ ਹੋਏਗਾ। ਯੂ ਟਾਕ ਟੂ ਦੈਮ, ਯੂ ਅੰਡਰਸਟੈਂਡ ਯੂਰ ਓਵਰऑल ਸਿਚੁਏਸ਼ਨ। और कई बार मतलब एक साल ड्रॉप करके जाना, तो इट्स वेरी मच कॉमन फॉर सिविल सर्विसेज, but again this should not be decided by me or even by you alone. Let it be a family decision. We really need to give lot of importance to the family. जी, थैंक यू वेरी मच वीर जी। वीर हरप्रीत सिंह जी कुछ अपनी गल रखेंगे। हाँ जी।
ਸਿਵਲ ਸਰਵਿਸਿਜ਼ ਦੀ ਗੱਲ ਚੱਲ ਰਹੀ ਸੀ। ਸਾਡੇ ਕੋਲ ਸਿਵਲ ਸਰਵਿਸਿਜ਼ ਦੇ ਵਿੱਚ ਆਈਐਸ ਦੀ ਆਪਣੀ ਉਮਰ ਦਾ ਕਾਫੀ ਲੰਬਾ ਸਮਾਂ ਜਿਹੜੇ ਆਈਐਸ ਆਫੀਸਰ ਸਿਲੈਕਟ ਹੋ ਜਾਂਦੇ ਨੇ ਯੂਪੀਐਸਸੀ ਤੋਂ, ਉਹਨਾਂ ਨੂੰ ਜੋ ਟ੍ਰੇਨਿੰਗ ਦਿੰਦੇ ਰਹੇ ਨੇ, ਔਰ ਡਾਕਟਰ ਬਿਜਪਾਲ ਸਿੰਘ ਜੀ ਵੀ ਸਾਡੇ ਨਾਲ ਸੈਮੀਨਾਰ ਵਿੱਚ ਜੁੜੇ ਹੋਏ ਨੇ। ਡਾਕਟਰ ਬਿਜਪਾਲ ਸਿੰਘ ਜੀ, ਅਗਰ ਆਪ ਜੀ हैंड रेज करो तो मैं आप जी ਨੂੰ ਅਨਮਿਊਟ ਕਰ ਦਵਾਂ। ਡਾਕਟਰ ਬਿਜਪਾਲ ਸਿੰਘ ਜੀ ਦੀ ਜਦ ਤੱਕ हैंड रेज ਕਰਦੇ ਨੇ, ਸਾਡੇ ਨਾਲ ਕੱਲ ਦੇ ਜੋ ਸਪੀਕਰਸ ਨੇ ਸਰਦਾਰ ਦਲਬੀਰ ਸਿੰਘ ਜੀ, ਉਹ ਵੀ ਸਾਡੇ ਨਾਲ ਇੱਥੇ ਜੁੜੇ ਹੋਏ ਨੇ। ਮੈਂ ਉਹਨਾਂ ਨੂੰ ਕਹਾਂਗਾ ਜੀ ਕੱਲ ਵਾਸਤੇ ਆਪ ਜੀ ਦਾ ਕੋਈ ਮੈਸੇਜ। आप जी अनम्यूट हो भी जी, आवाज आ रही है आप जी। वाहिगुरु जी का खालसा, वाहिगुरु जी की फतेह। Not a particular message for all, मैं एक ही गल कहांगा। Before you come to the session tomorrow, आज मैं देखा ਤੁਹਾਡੇ ਕੋਲ काफी अच्छे questions हैगे सी when it comes to science. Similarly, I would request when you come to the session tomorrow, अपना एक initial assessment करके आना, because ਅਸੀਂ बहुत ज़्यादा time spend ना करिए कि because in every stream where it's BCom, BBA, MBA, बहुत सारी nitty gritties हैगियां, बहुत सारी details हैगियां, but because of limitation of time हो सकता है ਅਸੀਂ बहुत ज़्यादा detail ਵਿੱਚ ना जा पाइए। However, that said, हो सकता है ਤੁਹਾਡਾ एक particular stream ਤੇ focus ਹੋਏ, ਉਹ please ਤੁਸੀਂ ਆਪਣੇ questions ਲੈ ਕੇ ਆਓ। I would prefer answering those questions rather than giving you general knowledge, right? ਤੁਸੀਂ please अपनी preparation करके आना। That's all I would like to say. थैंक यू विजय, बहुत बहुत धन्यवाद। डॉक्टर बिजपाल सिंह जी, अगर मेरी आवाज सुन रहे हो थे। हाँ जी, वो अनम्यूट ने। हाँ जी, हाँ जी, बिल्कुल ठीक है जी। वाहिगुरु जी का खालसा, वाहिगुरु जी की फतेह। मेरी आवाज पहुंच गई जी? हाँ जी, हाँ जी। ਮੈਨੂੰ ਖੁਸ਼ੀ ਹੈ ਜੀ ਤੁਸੀਂ ਇਹਨਾਂ ਨੂੰ ਗਾਈਡ ਕਰ ਰਹੇ ਹੋ। ਮੈਨੂੰ ਅਕੈਡਮੀ ਤੋਂ ਬਾਅਦ ਇੱਕ ਅਸੀਂ ਇੰਸਟੀਚਿਊਟ ਵੀ ਖੋਲਿਆ ਸੀ ਜਿੱਥੇ ਆਈਐਸ ਨੂੰ ਟ੍ਰੇਨਿੰਗ ਦਿੰਦੇ ਰਹੇ ਆ ਪਟਿਆਲੇ, ਤੇ 10-12 ਸਾਲ ਮੈਂ ਉਹਦਾ ਡਾਇਰੈਕਟਰ ਰਿਹਾ ਸੀ ਆਨਰੇਰੀ, ਤੇ ਸਾਡੇ 20-25 ਸਟੂਡੈਂਟ ਉਸ ਇੰਸਟੀਚਿਊਟ ਤੋਂ ਆ ਕੇ ਆਈਐਸ ਦੇ ਅਲਾਈਡ ਸਰਵਿਸਿਜ਼ ਦੇ ਵਿੱਚ ਆ ਚੁੱਕੇ ਨੇ। ਇਹ ਕ੍ਰੈਡਿਟ ਮੇਰਾ ਜਾਂ ਟੀਚਰਸ ਦਾ ਨਹੀਂ ਹੈ। ਜਿਹੜੀ ਸਭ ਤੋਂ ਚੰਗੀ ਗੱਲ ਹੁਣੇ ਸਾਹਮਣੇ ਆਈ ਹੈ ਕਿ ਜਿਨ੍ਹਾਂ ਨੇ ਆਲਰੇਡੀ ਆਈਐਸ ਫਰੈਸ਼ਲੀ ਹੁਣੇ ਕੀਤੀ ਹੈ ਲਾਸਟ 2-3 ਇਅਰਸ, ਉਹਨਾਂ ਨੂੰ ਕੰਟੈਕਟ ਕਰਨਾ ਜ਼ਰੂਰੀ ਹੁੰਦਾ ਹੈ। ਤੇ ਜਾਂ ਜਿਹੜੇ ਕਰ ਚੁੱਕੇ ਨੇ ਲੇਕਿਨ ਲਾਸਟ ਕਿਸੇ ਵਾਈਵਾ ਕਰਕੇ ਜਾਂ ਕੁਛ ਕਰਕੇ ਨਹੀਂ ਪਹੁੰਚਦੇ, ਵੈਸੇ ਕਲੀਅਰ ਕਰ ਲਿਆ, ਹਾਫਵੇ ਥਰੂ ਨੇ, ਇਹ ਬੜੇ ਚੰਗੇ ਗਾਈਡ ਹੁੰਦੇ ਨੇ। ਦੇ ਆਰ ਦੀ ਫਸਟ ਪ੍ਰੈਫਰਡ ਗਾਈਡ ਫਾਰ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ CSE ਲਈ। ਲੇਕਿਨ ਮੇਰਾ ਪਰਸਨਲ ਵਿਊ ਇਹ ਹੈ ਕਿ ਕੋਈ ਵੀ ਵਿਅਕਤੀ ਸਿਰਫ ਸਾਲ 2 ਸਾਲ 3 ਸਾਲ ਦੀ ਆਈਐਸ ਦੀ ਕੋਚਿੰਗ ਜਾਂ ਟ੍ਰੇਨਿੰਗ ਦੇ ਨਾਲ ਨਹੀਂ ਐਂਟਰ ਕਰਦਾ। He has to have a long profile of hard work, intelligence and general knowledge. ਉਹ ਸ਼ੁਰੂ ਤੋਂ ਹੀ ਲਿਆਕਤ ਵਾਲੇ ਸਟੂਡੈਂਟ ਹੀ ਕਰਨ। ਜੇ ਕਿਸੇ ਦੇ ਵਿੱਚ ਵੀ ਐਸਪੀਰੇਸ਼ਨ ਹੈ, ਵਾਹਿਗੁਰੂ ਜ਼ਰੂਰ ਪੂਰੀ ਕਰੇਗਾ, ਹੋ ਜਾਂਦੀ ਹੈ। ਲੇਕਿਨ ਆਈਐਸ ਨਾ ਹੋਏ, ਅਲਾਈਡ ਸਰਵਿਸਿਜ਼ ਕਿਸੇ ਹੋਰ ਦੇ ਵਿੱਚ ਆ ਗਈ। ਲੇਕਿਨ ਪਹਿਲੇ ਇਹ ਫੈਸਲਾ ਕਰਦਾ ਕਿ ਮੈਂ ਆਈਐਸ ਜ਼ਰੂਰ ਬਣਨਾ ਹੈ, ਇਹ ਵੀ ਛੋਟੀ ਜੀ ਗੱਲ ਨਹੀਂ ਹੈ। ਮੈਂ ਸਾਰਿਆਂ ਨੂੰ ਪੜ੍ਹਾਇਆ ਵੀ ਹੈ ਤੇ ਤਿਆਰ ਵੀ ਕੀਤਾ ਹੈ ਤੇ ਸਾਰੇ ਅਫਸਰਾਂ ਨੂੰ ਵੀ ਜਾਣਦਾ। ਐਜ਼ ਏ ਨੌਕਰੀ ਮੈਂ ਬੜਾ ਸੋਚ ਕੇ ਹੁਣ ਬੋਲਣ ਲੱਗਾ। ਐਜ਼ ਏ ਨੌਕਰੀ ਆਈਐਸ ਬੜੀ ਭੈੜੀ ਜਿਹੀ ਨੌਕਰੀ ਹੈ, ਇਹ ਚੰਗੀ ਨੌਕਰੀ ਨਹੀਂ ਹੈ। ਇਸ ਲਈ ਕਿ ਜੋ ਤੁਸੀਂ ਕਿਸੇ ਨੌਕਰੀ ਦੇ ਔਕੜਾ ਔਖ ਦੇਖਦੇ ਹੋ ਕਿ ਬੌਸ
ਆਪਣੀ ਮਨਮਾਨੀ ਕਰਦਾ ਹੈ, ਕਦੀ ਇਹ ਕਹਿ ਦਿੰਦਾ, ਕਦੀ ਆਉਂਦਾ ਉਹ ਮੇਰੇ ਤੋਂ ਨਲਾਇਕ ਹੈ ਤੇ ਮੈਨੂੰ ਉਹਦੀ ਮੰਨਣੀ ਪੈਂਦੀ ਹੈ। ਉਹ ਤੁਸੀਂ IAS ਬਣ ਜਾਵੋ ਤਾਂ ਵੀ ਹੈ। ਜੇ ਤੁਸੀਂ ਇਹ ਸੋਚੋ ਕਿ ਤੁਸੀਂ IAS ਕਰਕੇ ਤੇ ਸਾਰੀ ਜ਼ਿੰਦਗੀ ਦੀ ਸੈਟਿਸਫੈਕਸ਼ਨ ਲੈ ਲਈ ਹੈ, ਉਹ ਵੀ ਕਰੈਕਟ ਨਹੀਂ ਹੈ। ਮੇਰਾ ਕੰਟੈਕਟ ਬਹੁਤ ਜ਼ਿਆਦਾ ਇਹਨਾਂ ਬੰਦਿਆਂ ਨਾਲ ਰਿਹਾ ਓਵਰ ਲਾਸਟ 30-40 years। ਉਹ ਜਿਵੇਂ ਅਸੀਂ ਦੁਖੀ ਹੁੰਦੇ ਹਾਂ, ਤੁਸੀਂ ਦੁਖੀ ਹੁੰਦੇ ਹੋ, ਸਾਰੇ ਉਸੇ ਤਰ੍ਹਾਂ ਦੁਖੀ ਰਹਿੰਦੇ ਨੇ, ਆਪਣੇ ਬਾਸ ਤੋਂ ਨਹੀਂ, ਆਪਣੀ ਕੰਡੀਸ਼ਨ ਤੋਂ, ਨੌਕਰੀ ਤੋਂ, ਘਰ-ਬਾਰ ਤੋਂ, ਪਤਨੀ ਤੋਂ, ਬੱਚਿਆਂ ਤੋਂ। ਇਹ ਨਾ ਸੋਚੋ ਕਿ IAS ਤੁਹਾਡੇ ਸਾਰੇ ਪ੍ਰੋਬਲਮਸ ਦਾ ਫਾਈਨਲ ਹੱਲ ਹੈ। ਇਟ ਇਜ਼ ਅ ਕੈਰੀਅਰ। ਐਜ਼ ਅ ਕੈਰੀਅਰ ਇਟ ਹੈਜ਼ ਗੁੱਡ ਪੁਆਇੰਟਸ। ਪ੍ਰੈਸਟੀਜ ਬੜੀ ਹੈ ਇਸ ਨੌਕਰੀ ਦੀ, ਵਾਹ ਫੂਫਾਂ ਬੜੀ ਹੈ ਇਸ ਦੀ, ਸਿਕਿਉਰਿਟੀ ਆਫ ਸਰਵਿਸ ਹੈ, ਬਿਲਕੁਲ ਠੀਕ ਹੈ। ਇੱਕ ਵਾਰ ਆ ਜਾਓ ਤੇ ਤੁਹਾਡੇ ਖਾਨਦਾਨ ਦਾ ਪ੍ਰੈਸਟੀਜ ਲੈਵਲ ਵੱਧ ਜਾਂਦਾ ਹੈ, ਇਹ ਠੀਕ ਹੈ। ਲੇਕਿਨ ਐਜ਼ ਏ ਨੌਕਰੀ ਤੁਹਾਨੂੰ ਇਹ ਕੀ ਦੇਗੀ, ਇਹਨਾਂ ਤੋਂ ਇਲਾਵਾ ਉਹ ਸੋਚ ਸਮਝ ਕੇ ਕਰਨਾ। ਕਿਸੇ ਨਾਲ ਗੱਲ ਕਰ ਲਓ। ਮੈਂ ਉਹ ਵੀ ਦੇਖੇ ਨੇ ਜਿਹੜੇ IAS ਕਰਕੇ ਰਿਜ਼ਾਈਨ ਕਰ ਗਏ ਨੇ, ਉਹ ਵੀ ਦੇਖੇ ਨੇ ਜਿਹੜੇ IAS ਕਰਕੇ ਬੜੇ ਦੁਖੀ ਨੇ ਤੇ ਕਹਿੰਦੇ ਨੇ ਕਿ ਹੁਣ ਸੱਪ ਦੇ ਮੂੰਹ ਵਿੱਚ ਕੋਟ ਕਿਰਲੀ ਹੈ, ਸਰ ਨਾ ਇਹਨੂੰ ਛੱਡ ਸਕਦੇ ਆ, ਨਾ ਇਹ ਸਾਨੂੰ ਕੋਈ ਦਿੰਦੇ ਹੈ। ਇੱਕ ਦੂਜੀ ਗੱਲ ਇਹ ਕਿ ਇਹਦੀ ਪ੍ਰੈਪਰੇਸ਼ਨ ਲਈ 3-4 ਸਾਲ ਦੀ ਮਿਹਨਤ ਰੱਖੋ ਕੋਲ। ਪਹਿਲੇ ਬੜਾ ਬ੍ਰਾਈਟ ਕੈਰੀਅਰ ਹੋਏ, ਜਰਨਲਿਸਟ ਦੇ ਤੌਰ ਦੇ ਉੱਤੇ ਤੁਹਾਨੂੰ ਹਰ ਸਬਜੈਕਟ ਦੇ ਬਾਰੇ ਸਫੀਸ਼ੀਐਂਟ ਨੌਲੇਜ ਹੋਏ। 2-3 ਸਬਜੈਕਟ ਐਸੇ ਹੋਣ ਜਿਨ੍ਹਾਂ ਦੇ ਵਿੱਚ ਤੁਹਾਨੂੰ ਟੌਪ ਦੀ ਨੌਲੇਜ ਹੋਏ ਤੇ ਤੁਸੀਂ ਉਹਨੂੰ ਅੰਗਰੇਜ਼ੀ ਵਿੱਚ ਐਕਸਪ੍ਰੈਸ ਕਰਨਾ ਜਾਣਦੇ ਹੋ, ਲਿਖ ਸਕਦੇ ਹੋ, ਬੋਲ ਕੇ ਵੀ ਐਕਸਪ੍ਰੈਸ ਕਰ ਸਕਦੇ ਹੋ। ਇਹ ਸਾਰਾ ਕੁਝ ਚਾਹੀਦਾ ਹੁੰਦਾ ਹੈ ਤੇ ਇਹ ਸਾਰਾ ਕੁਝ ਵੀ ਹੋਵੇ ਤੇ ਰੱਬ ਦੇ ਅੱਗੇ ਕਿਸੇ ਦਾ ਚਾਰਾ ਨਹੀਂ। ਬੜੇ ਇੰਟੈਲੀਜੈਂਟ ਬੰਦੇ ਨੇ ਜਿਹੜੇ ਨਹੀਂ ਵੀ ਆਉਂਦੇ, ਲੇਕਿਨ ਬਹੁਤ ਘੱਟ ਨੇ ਜਿਹੜੇ ਨਾਨ ਇੰਟੈਲੀਜੈਂਟ, ਨਾਨ ਮਿਹਨਤੀ ਹੋਣ ਤੇ ਉਹ IAS ਦੇ ਇਮਤਿਹਾਨ ਕਲੀਅਰ ਕਰ ਗਏ ਹੋਣ। ਸੋ ਇਸ ਲਈ ਇਸ ਨੂੰ ਜ਼ਿੰਦਗੀ ਦਾ ਕੇਵਲ ਇੱਕੋ ਇੱਕ ਲਾਸਟ ਮੇਰਾ ਪਹੁੰਚਣ ਦਾ ਪੁਆਇੰਟ ਹੈ ਤੇ ਜੇ ਇਹ ਨਹੀਂ ਤਾਂ ਮੈਂ ਮਰ ਗਿਆ, ਇਹ ਨਾ ਰੱਖਣਾ। ਜ਼ਿੰਦਗੀ IAS ਤੋਂ ਬਹੁਤ ਉੱਪਰ ਹੈ। ਤੁਹਾਡੀ ਸਿਹਤ, ਤੁਹਾਡੀ ਖੁਸ਼ੀ, ਤੁਹਾਡਾ ਪਰਿਵਾਰ ਬੜੀ ਵੱਡੀ ਚੀਜ਼ ਹੈ ਤੇ ਜੇ ਤੁਸੀਂ ਸਿੱਖੀ ਸਰੂਪ, ਸਿੱਖੀ ਜੀਵਨ ਵਾਲੇ ਹੋ, ਬੜੇ ਭਾਗਾਂ ਵਾਲੇ ਹੋ, ਉਹ ਭਾਗ ਵੀ ਨਾਲ ਰੱਖਣਾ। ਇਹ ਮੈਂ ਪ੍ਰੀਲਿਮਿਨਰੀ ਜੇ ਲਫ਼ਜ਼ ਕਹੇ ਨੇ, ਮੈਂ ਤੁਹਾਡੇ ਨਾਲ ਇਹਨਾਂ ਟੌਪਿਕਸ ਦੇ ਉੱਤੇ ਫਿਰ ਅਗਲੇ ਹਫਤੇ ਸ਼ਾਇਦ ਮੈਨੂੰ ਮੌਕਾ ਮਿਲਿਆ ਮੈਂ ਸਾਰਿਆਂ ਨਾਲ ਗੱਲ ਕਰਾਂਗਾ। ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਮੈਂ ਸੰਗਤ ਦੀ ਜਾਣਕਾਰੀ ਵਾਸਤੇ ਦੱਸ ਦਵਾਂ, ਅਗਲੇ ਸ਼ਨੀਵਾਰ ਔਰ ਇਤਵਾਰ ਵੀਰ ਜੀ ਦਾ ਹੀ ਸੈਸ਼ਨ ਹੈ ਸਕਸੈਸ ਦੇ ਉੱਤੇ ਤੇ ਅਸੀਂ ਵੀਰ ਜੀ ਨੂੰ ਬਹੁਤ ਆਰਾਮ ਨਾਲ ਸੁਣਾਂਗੇ ਅਗਲੇ ਸ਼ਨੀਵਾਰ ਔਰ ਇਤਵਾਰ। ਔਰ ਅਸੀਂ ਇੱਥੇ ਹੀ ਮੀਟਿੰਗ ਦੀ ਸਮਾਪਤੀ ਕਰਦੇ ਹਾਂ। ਔਰ ਕੱਲ ਦਾ ਸੈਸ਼ਨ ਜਿਵੇਂ ਕਿ ਅਸੀਂ ਆਲਰੇਡੀ ਦੱਸ ਚੁੱਕੇ ਹਾਂ, ਕਾਮਰਸ ਸਟਰੀਮ ਦੇ ਉੱਤੇ ਰਹੇਗਾ ਤੇ ਬਹੁਤ ਸਾਰੇ ਬੱਚਿਆਂ ਦੀ ਆਲਰੇਡੀ ਐਡਵਾਂਸ ਰਜਿਸਟ੍ਰੇਸ਼ਨ ਆ ਚੁੱਕੀ ਹੈ। ਔਰ ਅੱਜ ਦੇ ਬੱਚਿਆਂ ਚੋਂ ਵੀ ਕੁਝ ਬੱਚੇ ਜੋ ਨਾਲ ਕਾਮਰਸ ਸਟਰੀਮ ਨੂੰ ਸਮਝਣਾ ਚਾਹੁੰਦੇ ਨੇ ਤੇ ਕੱਲ ਠੀਕ 6 ਵਜੇ ਅਸੀਂ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ